ਵਾਹਿਗੁਰੂ 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 ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ, ਮਟਕਾ ਕਿਆ ਤੋਪੈ ਸੁਆਮੀ, ਮਾਨਸ ਕੀ ਗਤ ਹੀ, ਕੋਟ ਪਰਾਧ ਹਮਾਰੇ ਖੰਡੋ, ਅਨੇਕ ਵਿਧि ਸਮਝਾਵੋ, ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਵਿਰਦ ਰਖਾਵੋ, ਤੁਮਰੀ ਸ਼ਰਣ ਤੁਮਾਰੀ ਆਸਾ, ਤੁਮ ਹੀ ਸਜਨ ਸੁਹੇਲੇ, ਰੱਖੋ ਰੱਖਣਹਾਰ ਦਇਆਲਾ, ਨਾਨਕ ਕਰ ਕੇ ਗੋਲੇ, ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਾਰੀ ਮਹੱਲਾ ਚੌਥਾ। ਘਰ ਦੂਜਾ ਇਕ ਓੰਕਾਰ ਸਤਿਗੁਰ ਪ੍ਰਸਾਦ। ਹਰ ਹਰ ਸਿਮਰੋ ਅਗਮ ਅਪਾਰਾ, ਜਿਸ ਸਿਮਰਤ ਦੁਖ ਮਿਟੈ ਹਮਾਰਾ। ਹਰ ਹਰ ਸਤਿਗੁਰ ਪੁਰਖ ਮਿਲਾਵੋ, ਗੁਰ ਮਿਲਿਆ ਸੁਖ ਹੋਈ ਰਾਮ। ਹਰ ਹਰ ਸਿਮਰੋ ਅਗਮ ਅਪਾਰਾ,
जिस सिमरत दुख मिटा हमारा, हर हर सतगुर पुरख मिलावो, गुर मिलिया सुख होई राम, हर गुण गावो मीत हमारे, हर हर नाम रखो और तारे, हर हर अमृत बचन सुनावो, गुर मिले परगट हुई राम, मधुसूदन हरि माधो प्राणा, मेरा मान तन अमृत मीठ लगाना, हर हर दया करो गुर मिलो, पुरख निरंजन सोई राम, हर हर नाम सदा सुख दाता, हर का रंग मेरा मन राता, हर हर महापुरख गुर मिलो, गुर नानक नाम सुख होई राम, हर हर नाम सदा सुख दाता, हर कै रंग मेरा मन राता, हर हर महापुरख गुर मिलो, गुर नानक नाम सुख होई राम। वाहिगुरु जी का खालसा, वाहिगुरु जी की फतेह। परम सन्मानी योग जुगो जुग टल जवर छत्र तखत दे मालिक, दया सिंध कृपा निध, गुरता गद्दी ते विराजमान सतगुरु, धन धन आद साहिब श्री गुरु ग्रंथ साहिब महाराज जी दी पावन पवित्र हजूरी अंदर जुड़ बैठे सर्वत्र माई भाई बहुत वड्डे भागां वाले हो, जो इस संसारक पदार्थवादी माहौल विचों सतगुर जी की बख्शिश कृपा मेहरामत सदका समा कढ़ के जीवन दियां अमोलक घड़ियां बेशकीमती सवास सफल करन दा सफल यतन कर रहे हो। सोढ़ी सुल्तान पातशाह धन धन सतगुरु गुरु रामदास साहिब सच्चे पातशाह जियां दे पावन पवित्र स्थान सचखंड श्री हरमंदर साहिब दरबार साहिब तो अमृत वेले जो सतगुरु सच्चे पातशाह जियां ने प्रकाशमान होके समुची मनुखता दे कल्याण वास्ते गुरसिखां दे मार्ग दर्शन करन वास्ते मुख वाक हुक्मनामा साहब की बख्शिश की है। रोजाना की तरह सतगुरु जी के मुख वाक की कथा विचार नाल जुड़न वास्ते गुरुद्वारा मंजी साहिब दीवान हाल विखे आप जुड़ बैठे हो। बहुत ही प्यार दे नाल भाई साहब भाई गुरसेवक सिंह जी तिन्हां दी मुबारक रसना तो इस वक्त आप जियां ने मुख वाक हुक्मनामा सरवण किया है। आओ साध संगत
ਇਸ ਪਾਵਨ ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪ੍ਰਥਮ ਇੱਕ ਵਾਰ ਲਵਾਓ ਹਾਜ਼ਰੀ, ਬਖਸ਼ੋ ਅਸੀਸ। ਜਿੰਨੀਆਂ ਵੀ ਸੰਗਤਾਂ ਗੁਰੂ ਦਰਬਾਰ ਵਿੱਚ ਜੁੜ ਬੈਠੇ ਹੋ ਜਾਂ ਦੂਰ ਦਰੇਡੇ ਦੇਸ਼ ਵਿਦੇਸ਼ ਵਿੱਚ ਇੰਟਰਨੈਟ ਟੈਲੀਵਿਜ਼ਨ ਦੇ ਮਾਧਿਅਮ ਰਾਹੀਂ ਆਪੋ ਆਪਣੀ ਸੁਰਤੀ ਕਰਕੇ ਹਾਜ਼ਰੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਲਾ ਰਹੇ ਹੋ, ਕਰੋ ਕਿਰਪਾਲਤਾ, ਲਵਾਓ ਹਾਜ਼ਰੀ, ਅਸੀਸ ਬਖਸ਼ੋ। ਇੱਕ ਵਾਰ ਦੋਵੇਂ ਹੱਥ ਜੋੜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਕੇ ਆਖਿਆ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਵਾਹਿਗੁਰੂ ਕਹਿੰਦਿਆਂ ਮੁੱਖ ਪਵਿੱਤਰ ਤੇ ਵਾਹਿਗੁਰੂ ਕਹਿੰਦਿਆਂ ਸਵਾਸਾਂ ਦਾ ਭਲਾ। ਅੱਜ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਜੈਤਸਰੀ ਰਾਗ ਅੰਦਰ ਜੋ ਬਖਸ਼ਿਸ਼ ਕਿਰਪਾ ਕੀਤੀ ਹੈ, ਇਸ ਪਾਵਨ ਸ਼ਬਦ ਵਿੱਚ ਸਤਿਗੁਰੂ ਜੀਆਂ ਨੇ ਅਕਾਲ ਪੁਰਖ ਵਾਹਿਗੁਰੂ, ਉਸ ਅਗੰਮ ਅਗੋਚਰ ਸਰਵ ਵਿਆਪਕ ਸਰਵ ਕਲਾ ਸਮਰੱਥ ਓਮਨੀਪੋਟੈਂਟ ਜੋ ਸਰਵ ਸ਼ਕਤੀਮਾਨ ਹੈ, ਉਸ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਪਣ ਵਾਸਤੇ ਸਾਨੂੰ ਤਾਕੀਦ ਕੀਤੀ ਹੈ। ਔਰ ਬਹੁਤ ਵੱਡਮੁੱਲੀ ਗੱਲ ਸਾਧ ਸੰਗਤ, ਸਤਿਗੁਰੂ ਜੀਆਂ ਦਾ ਇਹ ਨਿਮਰਤਾ ਵਿਰਧ ਸੁਭਾਅ ਹੈ ਕਿ ਜੋ ਗੱਲ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ, ਉਸ ਗੱਲ ਨੂੰ ਮਹਾਰਾਜ ਜੀਆਂ ਨੇ ਆਪਣੇ ਆਪ ਨੂੰ ਵਿੱਚ ਲੈ ਕੇ ਸੰਬੋਧਨ ਕੀਤਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੇ ਆਪ ਨੂੰ ਵਿੱਚ ਰੱਖ ਕੇ ਸਾਨੂੰ ਸੰਬੋਧਨ ਕਰ ਰਹੇ ਹਨ। ਭਾਈ ਆਓ ਉਸ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਪੋ, ਜਿਸ ਦਾ ਸਿਮਰਨ ਕਰਨ ਦੇ ਨਾਲ ਭਾਈ ਸਾਡੇ ਦੁੱਖ ਖਤਮ ਹੁੰਦੇ ਹਨ। ਹਮਾਰਾ ਦਾ ਅਰਥ ਹੁੰਦਾ ਸਾਡੇ। ਇਹ ਨਹੀਂ ਮਹਾਰਾਜ ਨੇ ਕਿਹਾ ਭਾਈ ਨਾਮ ਜਪੋ ਤੁਹਾਡੇ ਦੁੱਖ ਦੂਰ ਹੋਣਗੇ, ਭਾਈ ਤੁਹਾਡੇ ਦੁੱਖ ਮਿਟਣਗੇ। ਸਤਿਗੁਰੂ ਜੀ ਦਾ ਨਿਮਰਤਾ ਵਿਰਧ ਸੁਭਾਅ ਹੈ। ਸਾਨੂੰ ਸਤਿਗੁਰੂ ਜੀ ਕਿਰਪਾ ਬਖਸ਼ਿਸ਼ ਕਰਦੇ ਆਪਣੇ ਚਰਨਾਂ ਵਿੱਚ ਆਪਣੀ ਗੋਦ ਵਿੱਚ ਲੈ ਕੇ ਮਹਾਰਾਜ ਜੀ ਆਪਣੇ ਆਪ ਨੂੰ ਵਿੱਚ ਰੱਖ ਕੇ ਕਹਿ ਰਹੇ, ਭਾਈ ਜਿਸ ਸਿਮਰਤ ਦੁੱਖ ਮਿਟੈ ਹਮਾਰਾ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਸਿਮਰੋ, ਜਿਸ ਦਾ ਨਾਮ ਸਿਮਰਨ ਕਰਨ ਦੇ ਨਾਲ ਸਾਡੇ ਦੁੱਖ ਖਤਮ ਹੋ ਜਾਂਦੇ ਹਨ। ਸਾਧ ਸੰਗਤ, ਨਾਮ ਦੀ ਬਹੁਤ ਵੱਡੀ ਮਹਿਮਾ ਵਡਿਆਈ ਹੈ। ਤੁਸੀਂ ਬਚਨ ਰੋਜ਼ ਸੁਣਦੇ ਪੜ੍ਹਦੇ ਰਹਿੰਦੇ ਹੋ। ਇੱਕ ਬਚਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਸੁਖਮਨੀ ਸਾਹਿਬ ਅੰਦਰ ਕਿਹਾ, ਉਹ ਪੂਰੀ ਅਸ਼ਟਪਦੀ ਮਹਾਰਾਜ ਜੀ ਨੇ ਇਸੇ ਸੰਦਰਭ ਵਿੱਚ ਉਚਾਰਨ ਕੀਤੀ ਹੈ। ਉੱਥੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ, ਭਾਈ ਕਿਸੇ ਬੰਦੇ ਕੋਲ ਬਹੁਤ ਜਪ ਤਪ ਹੋਵੇ ਔਰ ਗਿਆਨ ਹੋਵੇ, ਵੇਦਾਂ ਦਾ, ਸ਼ਾਸਤਰਾਂ ਦਾ, ਸਿਮਰਤੀਆਂ ਦਾ, ਉਹ ਬੰਦਾ ਵਿਖਿਆਤਾ ਬਣ ਜਾਏ, ਉਹਨੂੰ ਇੰਨਾ ਗਿਆਨ ਆ ਜਾਏ, ਉਹਦੇ ਕੋਲ ਲੱਖਾਂ ਹੀ ਸ਼ਬਦ ਵਿਆਖਿਆ ਕਰਨ ਵਾਸਤੇ ਹੋਣ, ਉਹ 27 ਸਿਮਰਤੀਆਂ, 18 ਪੁਰਾਣ, 4 ਵੇਦ, ਸ਼ਾਸਤਰਾਂ ਦਾ ਗਿਆਤਾ ਬਣ ਜਾਏ, ਵਿਖਿਆਨ ਕਰਨ ਲੱਗ ਜਾਏ, ਫਿਰ ਇੱਥੇ ਹੀ ਬਸ ਨਹੀਂ। ਉਹ ਬੰਦਾ ਸਾਰਾ ਕੁਝ ਸੰਸਾਰ ਦਾ ਛੱਡ ਕੇ ਨਾ ਜੰਗਲ ਵਿੱਚ ਚਲਾ ਜਾਏ, ਇੰਨਾ ਵੱਡਾ ਤਿਆਗੀ ਹੋਵੇ। ਫਿਰ ਉਹ ਹੋਮ ਯੱਗ ਕਰੇ, ਪੁੰਨ ਦਾਨ ਕਰੇ, ਧਰਮ ਦੀ ਸਾਰੀ ਕਿਰਿਆ ਨਿਭਾਉਂਦਾ ਹੋਵੇ। ਕੋਈ ਵੀ ਵਿੱਚੋਂ ਧਰਮ ਦੀ ਕਿਰਿਆ 100% ਨਿਭਾਉਂਦਾ ਹੋਵੇ, ਵਿੱਚੋਂ ਕੁਝ ਛੱਡਦਾ ਨਾ ਹੋਵੇ, ਸਾਰੀ ਧਰਮ ਦੀ ਕਿਰਿਆ ਨਿਭਾਉਂਦਾ ਹੋਵੇ, ਹੋਮ ਯੱਗ ਪੁੰਨ ਦਾਨ ਕਰਦਾ ਹੋਵੇ, ਜਗਤ ਛੱਡ ਕੇ ਭਾਵੇਂ ਜੰਗਲਾਂ ਵਿੱਚ ਚਲਾ ਗਿਆ ਹੋਵੇ, 28 ਸਿਮਰਤੀਆਂ ਵੇਦਾਂ ਪੁਰਾਣਾਂ ਦਾ ਵਿਖਿਆਤਾ ਬਣ ਗਿਆ ਹੋਵੇ, ਉਹਦੇ ਕੋਲ ਬਹੁਤ ਗਿਆਨ ਹੋਵੇ, ਜਾਪ ਤਪ ਹੋਵੇ, ਤੇ ਉਸ ਤੋਂ ਵੱਡੀ ਗੱਲ ਸਾਹਿਬ ਨੇ ਕਿਹਾ, ਉਹ ਬੰਦਾ ਆਪਣੇ ਸਰੀਰ ਦੇ ਟੋਟੇ ਟੋਟੇ ਕਰਕੇ ਹਮਨ ਵਿੱਚ ਪਾ ਦੇਵੇ। ਜਦੋਂ ਹਮਨ ਜਗ ਕਰੇ, ਕਿਸੇ ਧਰਮ ਦੀ ਕੋਈ ਕਿਰਿਆ ਕਰੇ, ਬਹੁਤ ਧਰਮਾਂ ਵਿੱਚ ਹਮਨ ਜਗ ਕੀਤਾ ਜਾਂਦਾ, ਉਹਦੇ ਵਿੱਚ ਆਹੂਤੀਆਂ ਦਿੱਤੀਆਂ ਜਾਂਦੀਆਂ ਨੇ, ਕਈ ਪ੍ਰਕਾਰ ਦੀਆਂ ਵਸਤੂਆਂ ਉਹਦੇ ਵਿੱਚ ਪਾਈਆਂ ਜਾਂਦੀਆਂ ਨੇ। ਜਦੋਂ 27 ਸਿਮਰਤੀਆਂ ਦਾ ਪਾਠ ਕਰਕੇ ਸਨਾਤਨੀ ਵੀਰ ਹਮਨ ਯੱਗ ਕਰਦੇ ਨੇ, ਉਹਦੇ ਵਿੱਚ 27 ਚੀਜ਼ਾਂ ਪਾਉਂਦੇ ਨੇ।
ਔਰ ਕਈ ਵਾਰ ਉਸ ਹਵਨ ਯੱਗ ਦੇ ਅੰਦਰ, ਹੋਮ ਯੱਗ ਦੇ ਅੰਦਰ ਉਹ ਰੱਤ ਵੀ ਪਾਉਂਦੇ ਕਿਸੇ ਦੀ। ਤਾਂ ਪਾਤਸ਼ਾਹ ਨੇ ਕਿਹਾ ਭਾਈ ਕਿਸੇ ਜਾਨਵਰ ਦੀ ਜਾਂ ਹੋਰ ਰੱਤ ਨੂੰ ਛੱਡੋ, ਬੰਦਾ ਇੰਨਾ ਵੱਡਾ ਧਰਮ ਦੀ ਕਿਰਿਆ ਕਰਨ ਵਾਲਾ ਹੋਵੇ, ਉਹ ਆਪਣਾ ਤਨ, ਆਪਣੀ ਰੱਤ, ਆਪਣਾ ਤਨ ਟੋਟੇ ਟੋਟੇ ਕਰਕੇ ਹਵਨ ਵਿੱਚ ਪਾ ਦੇ। ਕਹਿੰਦੇ ਇੰਨਾ ਸਭ ਕੁਝ ਕਰ ਲਵੇ, ਪਰ ਦੂਜੇ ਪਾਸੇ ਕੋਈ ਧਿਆਨ ਧਰ ਕੇ ਗੁਰੂ ਦੀ ਕਿਰਪਾ ਬਖਸ਼ਿਸ਼ ਦੇ ਨਾਲ ਅਕਾਲ ਪੁਰਖ ਦਾ ਨਾਮ ਜਪ ਲਵੇ, ਸਤਨਾਮ ਸ੍ਰੀ ਵਾਹਿਗੁਰੂ, ਇੰਨੇ ਕਰਮ ਕਰਨ ਵਾਲਾ ਬੰਦਾ ਨਾਮ ਜਪਣ ਵਾਲੇ ਦੇ ਬਰਾਬਰ ਨਹੀਂ ਹੋ ਸਕਦਾ। ਦੇਖੋ ਕਿੰਨੀ ਵੱਡੀ ਬਖਸ਼ਿਸ਼ ਹੈ, ਕਿਉਂਕਿ ਜਿੰਨੇ ਕਰਮ ਗਿਣੇ ਨੇ ਉਹ ਆਪਾਂ ਕਰ ਹੀ ਨਹੀਂ ਸਕਦੇ। ਇੰਨੇ ਵੱਡੇ ਕਰਮ ਧਰਮ ਦੇ, ਇਹ ਤਾਂ ਸਾਧ ਸੰਗਤ 100% ਕੋਈ ਧਰਮ ਦਾ ਕਰਮ ਪੂਰਾ ਵੀ ਨਹੀਂ ਕਮਾ ਸਕਦਾ ਜਿੰਨਾ ਦੱਸਿਆ ਹੁੰਦਾ। ਤਾਂ ਇੰਨੇ ਕਰਮ ਕੋਈ ਕਰ ਨਹੀਂ ਸਕਦਾ। ਜੇ ਕੋਈ ਕਰ ਵੀ ਲਵੇ, ਮਹਾਰਾਜ ਨੇ ਕਿਹਾ ਭਾਈ ਤੂੰ ਧਿਆਨ ਧਰ ਕੇ ਗੁਰੂ ਦੀ ਸ਼ਰਨ ਵਿੱਚ, ਗੁਰੂ ਦੀ ਕਿਰਪਾ ਬਖਸ਼ਿਸ਼ ਨਾਲ ਨਾਮ ਜਪ ਲਈ, ਨਾਮ ਦੇ ਬਰਾਬਰ ਇਹ ਕੋਈ ਵੀ ਕਰਮ ਨਹੀਂ ਹੋ ਸਕਦਾ। ਸਾਰੇ ਕਰਮ ਥੱਲੇ ਰਹਿ ਜਾਣਗੇ, ਨਾਮ ਦੀ ਵਡਿਆਈ ਇਸ ਤੋਂ ਵੀ ਉੱਪਰ ਹੈ। ਇੱਕ ਵਾਰ ਧਿਆਨ ਧਰ ਕੇ ਕਹੋ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਚਰਨਾਂ ਦਾ, ਜਿਨ੍ਹਾਂ ਨੇ ਬਖਸ਼ਿਸ਼ ਕਰਕੇ ਆਪਾਂ ਨੂੰ ਬਿਠਾਇਆ, ਧਿਆਨ ਧਰ ਕੇ ਕਹੋ ਸਤਨਾਮ ਸ੍ਰੀ, ਫਿਰ ਆਖੋ ਸਤਨਾਮ ਸ੍ਰੀ। ਸਤਿਗੁਰਾਂ ਬਚਨ ਕਿਹਾ ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਵਖਿਆਨ। ਜਿਨ੍ਹਾਂ ਨੂੰ ਬਾਣੀ ਯਾਦ ਹੈ ਨਾਲ ਪੜਿਓ, ਤੁਹਾਡੀ ਹਾਜ਼ਰੀ ਲੱਗੇਗੀ। ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਵਖਿਆਨ। ਜੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮਦੇ ਫਿਰਿਆ। ਪਾਤਸ਼ਾਹ ਕਹਿੰਦੇ ਸਭ ਕੁਝ ਤਿਆਗ ਕੇ ਜੰਗਲਾਂ 'ਚ ਚਲਾ ਜਾਏ, ਉਹ ਫਿਰ ਹੋਮ ਯੱਗ ਕਰੇ। ਇੱਥੋਂ ਤੱਕ ਕਿ ਸਰੀਰ ਕਟਾਏ ਹੋਮੈ ਕਰ ਰਾਤੀ, ਵਰਤ ਨੇਮ ਕਰੇ ਬਹੁ ਭਾਤੀ। ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ। ਕੋਈ ਗੁਰੂ ਦੀ ਕਿਰਪਾ ਬਖਸ਼ਿਸ਼ ਨਾਲ ਗੁਰੂ ਦੇ ਰਾਹੀਂ ਇੱਕ ਵਾਰ ਜਪ ਲਵੇ ਸਤਨਾਮ ਸ੍ਰੀ ਵਾਹਿਗੁਰੂ, ਇੰਨੇ ਕਰਮ ਕਰਨ ਵਾਲਾ ਬੰਦਾ ਸਾਧ ਸੰਗਤ ਤੋਂ ਥੱਲੇ ਰਹਿ ਜਾਏਗਾ, ਨਾਮ ਜਪਣ ਵਾਲੇ ਦੀ ਵਡਿਆਈ ਵੱਧ ਜਾਏਗੀ। ਇਸੇ ਅਸ਼ਟਪਦੀ ਦੇ ਸ਼ਲੋਕ ਵਿੱਚ ਮਹਾਰਾਜ ਨੇ ਬਚਨ ਕਹੇ ਨੇ, ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ। ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਮੋਲ। ਭਾਈ ਨਾਮ ਦੇ ਬਰਾਬਰ ਨਹੀਂ ਕੋਈ ਕਰਮ ਹੋ ਸਕਦਾ। ਇਸ ਲਈ ਨਾਮ ਦੀ ਵਡਿਆਈ ਅੱਜ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤੀ। ਆਓ ਕਹਿੰਦੇ ਉਸ ਅਗੰਮ ਅਪਾਰ ਪਰਮਾਤਮਾ ਦਾ ਨਾਮ ਜਪੋ, ਜਿਸ ਦਾ ਨਾਮ ਜਪਣ ਨਾਲ ਭਾਈ ਸਾਰੇ ਦੁੱਖ ਮਿਟ ਜਾਂਦੇ ਹਨ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ, ਪਿਆਰ ਨਾਲ ਸਰਵਣ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਚੌਥਾ, ਘਰ ਦੂਜਾ ਇੱਕ ਓੰਕਾਰ, ਸਤਿਗੁਰ ਪ੍ਰਸਾਦ। ਜੈਤ ਸਰੀ ਰਾਗ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਪਾਵਨ ਸ਼ਬਦ। ਘਰ ਦੂਜਾ ਤਪਲੇ ਦੀ ਤਾਲ ਦੇ ਅੰਦਰ ਇਸ ਸ਼ਬਦ ਨੂੰ ਗਾਉਣ ਦੀ ਹਦਾਇਤ ਹੈ। ਸੰਖੇਪ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦਾ ਮੰਗਲ ਭਾਵ ਮੂਲ ਮੰਤਰ ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਅਦੁੱਤੀ ਇੱਕ ਅਕਾਲ ਪੁਰਖ ਨਿਰੰਕਾਰ ਸਤਿਗੁਰ ਜੀ ਦੀ ਕਿਰਪਾ ਬਖਸ਼ਿਸ਼ ਨਾਲ ਮਿਲਾਪ ਹੁੰਦਾ ਹੈ। ਹਰ ਹਰ ਸਿਮਰੋ ਅਗਮ ਅਪਾਰਾ। ਕਹਿੰਦੇ ਭਾਈ ਉਸ ਅਗੰਮ ਜਿਹਦੇ ਤੱਕ ਪਹੁੰਚ ਨਹੀਂ ਹੈ ਕਿਸੇ ਦੀ, ਅਪਾਰ ਜਿਸ ਦਾ ਪਰਲਾ ਪਾਸਾ ਵੇਖ ਕੇ ਬਿਆਨ ਨਹੀਂ ਕੀਤਾ ਜਾ ਸਕਦਾ, ਜਿਹੜਾ ਅਸੀਮ ਹੈ, ਜਿਸ ਦੀ ਕੋਈ ਸੀਮਾ ਨਹੀਂ ਹੈ, ਉਸ ਅਕਾਲ ਪੁਰਖ ਨਿਰੰਕਾਰ ਪਰਮਾਤਮਾ ਦਾ ਨਾਮ ਸਿਮਰੋ। ਭਾਈ ਉਹਦਾ ਨਾਮ ਜਪਣ ਨਾਲ, ਸਿਮਰਨ ਨਾਲ
ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ, ਫਿਰ ਕੀ ਮਿਲਦਾ ਹੈ? ਜਿਸ ਸਿਮਰਤ ਦੁਖ ਮਿਟੈ ਹਮਾਰਾ। ਕਹਿੰਦੇ ਹੈ ਭਾਈ, ਉਸ ਅਕਾਲ ਪੁਰਖ ਦਾ ਨਾਮ ਸਿਮਰੋ, ਜਿਸ ਦਾ ਨਾਮ ਸਿਮਰਨ ਦੇ ਨਾਲ ਸਾਡੇ ਦੁੱਖ ਮਿਟ ਜਾਂਦੇ ਹਨ। ਜਨਮ ਮਰਨ ਦਾ ਦੁੱਖ ਮਿਟਦਾ ਹੈ, ਸੰਸਾਰ ਦੇ ਦੁਨਿਆਵੀ ਦੁੱਖ ਮਿਟਦੇ ਨੇ, ਜਰਾ ਮਰਾ ਤਾਪ ਸਿਰ ਤੋਂ ਦੂਰ ਹੁੰਦਾ ਹੈ। ਜਿਹਦੇ ਨਾਲ ਸਾਧ ਸੰਗਤ ਜੀ ਤਿੰਨ ਤਰ੍ਹਾਂ ਦੇ ਤਾਪ ਨਾਸ਼ ਹੋ ਜਾਂਦੇ ਨੇ। ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸਿਮਰੋ। ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਦੋਂ ਕੋਈ ਗੁਰੂ ਦੁਆਰਾ ਸਿਮਰਦਾ ਹੈ, ਸਾਧ ਸੰਗਤ ਤੋਂ ਨਾਮ ਜਦੋਂ ਆਤਮ ਰਸ ਦੇਣ ਲੱਗ ਪੈਂਦਾ। ਤਿੰਨ ਤਰ੍ਹਾਂ ਦੇ ਰਸ ਨੇ, ਤੁਸੀਂ ਰੋਜ਼ ਸੁਣਦੇ ਰਹਿੰਦੇ ਹੋ। ਇੱਕ ਮਨ ਦਾ ਰਸ ਹੈ, ਇੱਕ ਤਨ ਦਾ ਰਸ ਹੈ। ਉਮਰਾਂ ਲੰਘ ਜਾਂਦੀਆਂ ਨੇ, ਮਨੁੱਖ ਦੇ ਮਨ ਤੇ ਤਨ ਦੇ ਰਸ ਖਤਮ ਨਹੀਂ ਹੁੰਦੇ, ਇਹ ਰਸ ਰਹਿ ਜਾਂਦੇ ਨੇ। ਅੱਧ ਵਿਚਕਾਰ ਬੰਦਾ ਮਰ ਜਾਂਦਾ, ਉਹਨਾਂ ਰਸਾਂ ਕਰਕੇ ਫਿਰ ਜਨਮ ਲੈਣਾ ਪੈਂਦਾ। ਸਤਿਗੁਰਾਂ ਕਿਹਾ, ਜਿਹਨਾਂ ਨੂੰ ਗੁਰੂ ਦੇ ਰਾਹੀਂ ਆਤਮ ਰਸ ਆਇਆ, ਜਿਹਨੂੰ ਸਾਹਿਬ ਕਹਿਣਗੇ ਆਤਮ ਰਸ ਜੇ ਜਾਣੀ, ਜਿਨ੍ਹਾਂ ਨੇ ਆਤਮਾ ਰਸ ਨੂੰ ਮੰਨਣਾ ਸ਼ੁਰੂ ਕੀਤਾ ਹੈ, ਤਾਂ ਪਾਤਸ਼ਾਹ ਕਹਿੰਦੇ ਭਾਈ ਉਹਨਾਂ ਕੋਲ ਫਿਰ ਨਾਮ ਦੀਆਂ ਬਰਕਤਾਂ ਆਉਣ ਲੱਗ ਪੈਂਦੀਆਂ। ਜਦੋਂ ਉਹ ਨਾਮ ਦੀ ਬਰਕਤ ਕੰਮ ਕਰਨ ਲੱਗ ਪੈਂਦੀ ਹੈ, ਤਾਂ ਸਾਧ ਸੰਗਤ ਉਹਨਾਂ ਦੇ ਉਸ ਨਾਮ ਦੀ ਬਰਕਤ ਨਾਲ ਇਹ ਅੱਖਾਂ ਜਿਹੜੀਆਂ ਰੱਬ ਨੇ ਦਿੱਤੀਆਂ ਨੇ, ਥੋੜੀ ਦੂਰੀ ਤੱਕ ਵੇਖ ਸਕਦੀਆਂ ਨੇ। ਜਿਨ੍ਹਾਂ ਕੋਲ ਨਾਮ ਦੀ ਬਰਕਤ ਗੁਰੂ ਦੇ ਰਾਹੀਂ ਟਿਕਣ ਲੱਗ ਪੈਂਦੀ ਹੈ, ਉਹ ਹਜ਼ਾਰਾਂ ਮੀਲਾਂ ਤੱਕ ਉਹ ਅੱਖਾਂ ਵੇਖ ਲੈਂਦੀਆਂ, ਉਹ ਅਦ੍ਰਿਸ਼ਟ ਚੀਜ਼ ਨੂੰ ਵੇਖਣ ਲੱਗ ਪੈਂਦੀਆਂ। ਆਹ ਕੰਨ ਜਿਹੜੇ ਸਿਰਫ ਥੋੜੇ ਮੀਟਰ ਤੱਕ ਸੁਣ ਸਕਦੇ ਨੇ, ਜਦੋਂ ਨਾਮ ਦੀ ਬਰਕਤ ਕਿਸੇ ਸਰੀਰ ਅੰਦਰ ਟਿਕਣ ਲੱਗ ਜਾਏ, ਉਹਦੇ ਕੰਨ ਸਾਧ ਸੰਗਤ ਬਹੁਤ ਦੂਰ ਤੱਕ ਸੁਣ ਸਕਦੇ ਨੇ। ਜੋ ਤੁਸੀਂ ਮਨ ਵਿੱਚ ਧਾਰਿਆ ਉਹ ਵੀ ਸੁਣ ਲੈਂਦਾ। ਕਈ ਵਾਰ ਤੁਸੀਂ ਇਸ ਤਰ੍ਹਾਂ ਵਿਚਾਰਾਂ ਸੁਣਦੇ ਰਹਿੰਦੇ ਹੋ, ਮਨ ਵਿੱਚ ਧਾਰ ਕੇ ਗਏ, ਕਿਸੇ ਜਪਣ ਵਾਲੇ ਸਾਧੂ ਨੇ ਤੁਹਾਡੇ ਮਨ ਦੀ ਗੱਲ ਬੁੱਝ ਲਈ, ਜੋ ਤੁਸੀਂ ਮਨ 'ਚ ਧਾਰਿਆ ਉਹਨੇ ਪਹਿਲੇ ਬੋਲ ਦਿੱਤਾ। ਉਹਦਾ ਭਾਵ ਹੈ ਉਹਨਾਂ ਕੋਲ ਨਾਮ ਦੀ ਸ਼ਕਤੀ ਇੰਨੀ ਆਉਣੀ ਸ਼ੁਰੂ ਹੋ ਗਈ, ਉਹ ਨਾਮ ਦੀ ਗਤ ਧਾਰਾ ਇੰਨੀ ਤੇਜ਼ ਪ੍ਰਚੰਡ ਹੋ ਗਈ, ਸਾਧ ਸੰਗਤ ਉਹ ਹਜ਼ਾਰਾਂ ਮੀਲਾਂ ਤੱਕ ਵੇਖ ਲੈਂਦੇ ਨੇ, ਉਹ ਹਜ਼ਾਰਾਂ ਮੀਲਾਂ ਤੱਕ ਸੁਣ ਲੈਂਦੇ ਨੇ। ਉਹ ਤੁਹਾਡੇ ਅੰਦਰ ਵਰਤਦੀ ਹੋਈ ਚੀਜ਼ ਨੂੰ ਵੇਖ ਸਕਦੇ ਨੇ ਔਰ ਸੁਣ ਵੀ ਸਕਦੇ ਨੇ। ਉਹਨਾਂ ਦੀ ਅੰਤਰ ਦ੍ਰਿਸ਼ਟੀ ਦੀ ਸਕੈਨ ਵੱਧ ਜਾਂਦੀ ਹੈ, ਉਹ ਧੁਰ ਅੰਦਰ ਤੱਕ ਵੇਖ ਲੈਂਦੇ ਨੇ। ਉਹਨਾਂ ਦੇ ਕੰਨ ਜੋ ਤੁਹਾਡੇ ਮਨ ਵਿੱਚ ਹੈ ਉਹ ਸੁਣ ਲੈਂਦੇ ਨੇ। ਇੱਥੇ ਹੀ ਵਸ ਨਹੀਂ, ਉਹਨਾਂ ਦੇ ਕਦਮਾਂ ਵਿੱਚ ਕ੍ਰਾਂਤੀ ਤੇ ਹੱਥਾਂ ਵਿੱਚ ਬਰਕਤ ਆ ਜਾਂਦੀ ਹੈ। ਜਿਹੜੀ ਚੀਜ਼ ਨੂੰ ਹੱਥ ਲਾ ਦੇਣ ਸਾਧ ਸੰਗਤ ਤੋਂ ਬਰਕਤਾਂ ਨਾਲ ਭਰ ਜਾਂਦਾ। ਜਿਹੜੀ ਜਗ੍ਹਾ ਤੇ ਉਹ ਕਦਮ ਰੱਖ ਦੇਣ, ਉਸ ਧਰਤੀ ਉੱਤੇ ਬਦਲਾਅ ਹੋਣਾ ਸ਼ੁਰੂ ਹੋ ਜਾਂਦਾ। ਉਸ ਧਰਤੀ ਦਾ ਐਟਮੋਸਫੇਅਰ ਚੇਂਜ ਹੋਣ ਲੱਗ ਪੈਂਦਾ। ਕਿਉਂ? ਉੱਥੇ ਕੋਈ ਭਗਤੀ ਵਾਲਾ ਆ ਕੇ ਬਹਿ ਗਿਆ। ਜਦੋਂ ਉਹ ਸਾਧ ਸੰਗਤ ਸਰੀਰ ਧਾਰੀ ਦੇ ਅੰਦਰ ਉਹ ਕਰਮ ਪ੍ਰਚੰਡ ਹੋ ਜਾਂਦਾ। ਇਹਨੂੰ ਮਹਾਰਾਜ ਨੇ ਬਾਣੀ ਅੰਦਰ ਕਿਹਾ, ਵਕਤ ਨਹੀਂ ਆਪਾਂ ਇਹਦਾ ਖੁਲਾਸਾ ਕਰ ਸਕੀਏ। ਤੁਸੀਂ ਸੁਣਦੇ ਰਹਿੰਦੇ ਹੋ, ਕਰਮ ਖੰਡ ਕੀ ਬਾਣੀ ਜੋਰ। ਜਿੱਥੇ ਮਹਾਰਾਜ ਨੇ ਖੰਡਾਂ ਦੀ ਵਿਆਖਿਆ ਕੀਤੀ ਨਾ, ਉਹਦੇ ਅੰਦਰ ਕਿਹਾ, ਉੱਥੇ ਮਹਾਰਾਜ ਬਚਨ ਕਹਿੰਦੇ ਭਾਈ ਜਦੋਂ ਉਹ ਕਰਮ ਖੰਡ ਵਿੱਚ ਉਤਰ ਜਾਂਦਾ ਹੈ, ਬਹੁਤ ਜ਼ਬਰਦਸਤ ਜ਼ੋਰ ਉਹਦੇ ਅੰਦਰ ਸ਼ਕਤੀ ਹੁੰਦੀ। ਉਹਦੀਆਂ ਅੱਖਾਂ ਇੰਨੀ ਸ਼ਕਤੀ ਨਾਲ ਭਰ ਜਾਂਦੀਆਂ ਨੇ, ਸੈਂਕੜੇ ਹਜ਼ਾਰਾਂ ਮੀਲਾਂ ਤੱਕ ਤੁਹਾਡੇ ਅੰਦਰ ਵਰਤਣ ਵਾਲੀ ਖੇਡ ਵੇਖ ਲੈਂਦੇ ਨੇ। ਇੱਥੇ ਹੀ ਵਸ ਨਹੀਂ, ਆਉਣ ਵਾਲੇ 10 20 50 ਸਾਲਾਂ ਤੱਕ ਕੀ ਹੋਣਾ, ਇੱਥੋਂ ਤੱਕ ਵੇਖਣ ਦੀ ਸਮਰੱਥਾ ਰੱਖਦੇ ਨੇ। ਇਹਨੂੰ ਜੇ ਸਾਧ ਸੰਗਤ ਗੱਲ ਓਪਨ ਕਰ ਦਈਏ, ਕਈ ਵਾਰ ਫਿਰ ਸ਼ੰਕੇ ਖੜੇ ਹੋ ਜਾਂਦੇ, ਇਹ ਕਿਵੇਂ ਹੋ ਸਕਦਾ? ਜਿਵੇਂ ਤੁਹਾਨੂੰ ਇਹ ਵਚਨ ਕਹਾਂ ਕਿ ਜਪਣ ਵਾਲਾ ਰੱਬ ਹੋ ਜਾਂਦਾ, ਤਾਂ ਲੋਕ ਇਹ ਵੀ ਸ਼ੱਕ ਕਰਨਗੇ, ਸੰਤ ਕਿਵੇਂ ਰੱਬ ਹੋ ਸਕਦਾ ਜੀ? ਸਰੀਰ ਧਾਰੀ ਬੰਦਾ ਰੱਬ ਕਿਵੇਂ ਹੋ ਸਕਦਾ? ਪਾਤਸ਼ਾਹ ਨੇ ਕਿਹਾ ਭਾਈ ਜਦੋਂ ਉਹ ਕਰਮ ਖੰਡ ਕੀ ਬਾਣੀ ਜੋਰ, ਉਹਦੇ ਅੰਦਰ ਕਰਮ ਪ੍ਰਚੰਡ ਹੁੰਦਾ ਹੈ, ਉਹ ਸ਼ਕਤੀ ਵੱਧਦੀ ਹੈ। ਫਿਰ ਗਿਆਨ ਖੰਡ में ਗਿਆਨ ਪ੍ਰਚੰਡ, ਪ੍ਰਚੰਡ ਦਾ ਅਰਥ ਹੁੰਦਾ ਹੈ ਜਦੋਂ ਕਿਸੇ ਬਹੁਤ ਵੱਡੇ ਲੱਕੜਾਂ ਦੇ ਢੇਰ ਨੂੰ ਅੱਗ ਲੱਗ ਜਾਏ, ਤਾਂ ਜਦੋਂ ਉਹਦੀਆਂ ਲਪਟਾਂ ਅੱਗ ਪ੍ਰਚੰਡ ਹੁੰਦੀ, ਉੱਚੀਆਂ ਉੱਚੀਆਂ ਲਪਟਾਂ ਬਲਦੀਆਂ ਨੇ। ਤੁਸੀਂ ਹਨੇਰੇ ਵਿੱਚ ਵੇਖੋਗੇ, ਘੁੱਪ ਹਨੇਰੇ ਦੇ ਅੰਦਰ ਵੀ ਤੀਲਾ ਤੀਲਾ ਦਿਸਣ ਲੱਗ ਪੈਂਦਾ, ਘਾਹ ਦੀਆਂ ਤਿੜਾਂ ਦਿਸਣ ਲੱਗ ਪੈਂਦੀਆਂ ਨੇ। ਕਿਉਂ? ਹੁਣ ਉਹ ਅੱਗ ਬਹੁਤ ਤੇਜ਼ ਪ੍ਰਚੰਡ ਹੋ ਗਈ ਹੈ। ਇਦਾਂ ਜਿਨ੍ਹਾਂ ਦੇ ਅੰਦਰ ਗੁਰੂ ਦਾ ਗਿਆਨ ਸ਼ਬਦ ਪ੍ਰਚੰਡ ਹੋ ਗਿਆ, ਸਾਧ ਸੰਗਤ ਉਹ ਰੱਬ ਨਾਲ ਮਿਲ ਕੇ ਰੱਬ ਵਰਗੇ ਹੋ ਗਏ। ਰੱਬ ਵਾਲੀਆਂ ਸ਼ਕਤੀਆਂ ਉਹਨਾਂ ਸਰੀਰਾਂ ਵਿੱਚ ਵਰਤਣ ਲੱਗ ਪਈਆਂ। ਸਤਿਗੁਰਾਂ ਬਚਨ ਕਹਿ ਦਿੱਤਾ, ਮੈਂ ਤੁਹਾਨੂੰ ਸ਼ਰਵਣ ਕਰਵਾ ਦਾਂ, ਤੁਸੀਂ ਸੁਣਦੇ ਰਹਿੰਦੇ ਹੋ।
इत्ते विश्वास रखियो, जपण वाला रब हो सकता है। श्री गुरु अर्जन देव महाराज ने कहा जो शक्तियां रब विच ने वो शरीर धारी विच वरतदियां ने, जदों उहदे अंदर नाम प्रचंड हो जाता है, उत्थे महाराज ने कहा जिना ना विसरे नाम, पढ़ो जिना ना विसरे नाम से कन्हैया, भेद ना जानो मूल साईं जिया। वो रब वर्गे हो गए भाई, उन्हां विच भेद रंचक मात्र मूलों भी भेद ना जाने, वो रब वर्गे हो गए। अज हजूर गुरु रामदास महाराज बख्शिश कर दे, पातशाह कहते भाई आओ उस परमात्मा का नाम जपो। जदों वो नाम की बरकत प्रचंड हुंदी है तां साध संगत फिर उन्हां शरीर धारियां ते आ भी चीज़ वरतदी है। मैं कई बार कथा विच अगे भी सुनाया है, क्लासां छोटियां होण तां पढ़न वालियां दे वस्ते भारे हुंदे ने। तीजी चौथी पंजवीं छेवीं क्लास है, तुसीं वेखोगे वस्ते बड़े भारे ने, बैग बड़ा भारा है। कई बार पेरेंट्स नूं चुक के नाल लैके स्कूल छड्डण जाना पैंदा, मावां विचारियां बैग चुक के बस तक लैके जाणगियां, नेड़े स्कूल है स्कूल तक छड्डण जाणगियां। क्यों भाई बच्चा छोटा है, उहदियां किताबां दा बैग भारा है। पर बड़ी हैरानगी वाली गल है, ਉਹਦੀ क्लास ਵੱਡੀ ਹੁੰਦੀ ਜਾਂਦੀ है, ਜਿਵੇਂ ਜਿਵੇਂ ਉਹਦੀਆਂ क्लासां ਵੱਡੀਆਂ ਹੁੰਦੀਆਂ ਨੇ, ਉਹ ਕਾਲਜ ਯੂਨੀਵਰਸਿਟੀ ਦਾ ਵਿਦਿਆਰਥੀ ਬਣਦਾ ਹੈ, ਤਿਵੇਂ ਤਿਵੇਂ ਕਿਤਾਬਾਂ ਘਟ ਜਾਂਦੀਆਂ ਨੇ। ਹੁਣ ਇੰਨਾ ਵੱਡਾ ਬੈਗ ਚੁੱਕ ਕੇ ਨਹੀਂ ਜਾਂਦਾ ਜਿੰਨਾ ਸਕੂਲ ਵਿੱਚ ਜਾਂਦਾ ਸੀ। क्लास ਵੱਡੀ ਹੋਈ ਕਿਤਾਬਾਂ ਵਧਣੀਆਂ ਚਾਹੀਦੀਆਂ ਸੀ, क्लास ਵੱਡੀ ਹੋਈ ਹੈ ਬੁੱਕਸ ਵਧਣੀਆਂ ਚਾਹੀਦੀਆਂ ਸਨ। पर बड़ी हैरानगी वाली गल है, उत्थे किताबां घटनियां शुरू हो गई। ਉਹਦਾ ਇੱਕੋ ਹੀ ਕਾਰਨ है, पहले प्राइमरी स्कूल 10-12 क्लासां तक जो टीचर पढ़ाउंदा है स्टूडेंट रट्टा ला के पढ़दा है, एक भी सवाल ही नहीं ਉਹਦੇ अंदर पैदा ਹੁੰਦਾ। ਉਹ टीचर ਨੂੰ सवाल नहीं करता कोई क्वेश्चन, जो ਉਹਨੇ ਦੱਸਿਆ रट्टा ला के याद कर ਲੈਂਦਾ। पर एक क्लास ਜਦੋਂ यूनिवर्सिटी ਦੀਆਂ क्लासां शुरू ਹੁੰਦੀਆਂ ਨੇ, ਉੱਥੇ ਸਾਧ ਸੰਗਤ ਰੱਟੇ ਬੰਦ ਹੋ ਜਾਂਦੇ ਨੇ। ਉੱਥੇ ਸਿਰਫ ਫਾਰਮੂਲੇ ਦੱਸੇ ਜਾਂਦੇ ਨੇ, ਉਹ ਸ਼ਬਦ ਅੱਖਰ ਤੋਂ ਅੱਗੇ ਅੱਖਰ ਉੱਤੇ ਕੰਮ ਕਰਨ ਲੱਗ ਪੈਂਦੇ ਨੇ, ਇੱਕ ਇੱਕ ਅੱਖਰ ਉੱਤੇ ਪੀਐਚਡੀਆਂ ਹੋਣ ਲੱਗ ਪੈਂਦੀਆਂ ਨੇ। ਇਹ ਬੇਨਤੀ ਸਮਝਿਓ ਸਾਧ ਸੰਗਤ, क्लासां ਵੱਡੀਆਂ ਹੋਣ ਕਿਤਾਬਾਂ ਘਟ ਜਾਂਦੀਆਂ ਨੇ। ਇਦਾਂ ਇਹ ਅਧਿਆਤਮ ਦੀ ਕਲਾਸ ਹੈ। ਆਪਾਂ ਰੱਟੇ ਵਾਲੀ ਪਹਿਲੀ ਦੂਜੀ ਚੌਥੀ ਕਲਾਸ 'ਚ ਹੋ ਸਕਦੇ ਆ, ਪਰ ਸਾਧ ਸੰਗਤ ਜਿਨ੍ਹਾਂ ਦੀਆਂ ਕਲਾਸਾਂ ਯੂਨੀਵਰਸਿਟੀ ਵਿੱਚ ਪ੍ਰਵੇਸ਼ ਕਰ ਗਏ ਉਹਨਾਂ ਵਾਸਤੇ ਆ ਬਾਹਰਲੀਆਂ ਚੀਜ਼ਾਂ ਬਹੁਤ ਕੁਝ ਮੁੱਕ ਗਈਆਂ। ਉਹਨਾਂ ਤੇ ਸ਼ੰਕਾ ਨਾ ਕਰਿਓ ਇਹਨਾਂ ਦੀ ਕਿਤਾਬ ਕਿਉਂ ਘੱਟ ਹੈ, ਉਹਨਾਂ ਤੇ ਸ਼ੰਕਾ ਨਾ ਕਰਿਓ ਇਹਦਾ ਤਾਂ ਨਿਯਮ ਹੀ ਨਹੀਂ ਬਾਹਰੋਂ ਦਿਸਣ ਨੂੰ ਨਜ਼ਰ ਆਉਂਦਾ। ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਜਿਵੇਂ ਜਿਵੇਂ ਉਹ ਵੱਡੀ ਕਲਾਸ ਸੁਰਤ ਕਰਕੇ ਅਧਿਆਤਮ ਦੀ ਯੂਨੀਵਰਸਿਟੀ ਵਿੱਚ ਜਾਂਦਾ ਸਾਧ ਸੰਗਤ, ਤਿਵੇਂ ਤਿਵੇਂ ਬੁੱਕਸ ਘਟ ਜਾਂਦੀਆਂ ਨੇ। ਪਰ ਇਹ ਚੀਜ਼ ਰੱਖਿਓ, ਪੜ੍ਹਾਈ ਔਖੀ ਹੋ ਜਾਂਦੀ ਹੈ, ਉਹਦਾ ਐਗਜ਼ਾਮ ਬੜਾ ਟਫ ਹੁੰਦਾ ਹੈ, ਤੇ ਜਿੰਨਾ ਐਗਜ਼ਾਮ ਟਫ ਹੋਏਗਾ ਉਸ ਤੋਂ ਬਾਅਦ ਉਨੀ ਵੱਡੀ ਉਹਨੂੰ ਪੋਸਟ ਵੀ ਮਿਲਦੀ ਹੈ। ਲੱਖਾਂ ਬੱਚਿਆਂ ਵਿੱਚੋਂ ਇੱਕ ਅੱਧ ਕੋਈ IPS ਬਣਦਾ ਹੈ। ਜਿੱਦਣ ਉਸ ਐਗਜ਼ਾਮ ਨੂੰ ਪਾਸ ਕਰਕੇ ਉਹ ਉੱਪਰ ਲੰਘਦਾ ਹੈ, ਉਦਣ ਪੋਸਟ ਪਤਾ ਕਿੰਨੀ ਵੱਡੀ ਹੈ। ਅਫਸਰ ਸੈਂਕੜੇ ਬਣ ਗਏ, ਪਰ ਉਹ ਅਫਸਰ ਸੈਂਕੜਿਆਂ ਦੇ ਉੱਪਰ ਡਿਸਟ੍ਰਿਕਟ ਦੇ ਉੱਪਰ ਜਾ ਕੇ ਬਹਿ ਜਾਂਦਾ ਹੈ। ਕਿਉਂ ਭਾਈ? ਉਹਨੇ ਸਭ ਤੋਂ ਟਫ ਐਗਜ਼ਾਮ ਦੇ ਕੇ ਉਹਨੂੰ ਪਾਸ ਕੀਤਾ ਹੈ। ਇਦਾਂ ਸਾਧੂ ਜਪਣ ਵਾਲੇ ਯੂਨੀਵਰਸਿਟੀ ਦੇ ਉਸ ਐਗਜ਼ਾਮ ਵਿੱਚੋਂ ਲੰਘਦੇ ਨੇ ਜਿੱਥੇ ਉਹ ਸਾਧ ਸੰਗਤ ਉੱਚੀ ਪੋਸਟ ਤੇ ਪਹੁੰਚ ਜਾਂਦੇ ਨੇ। ਉਹਨਾਂ ਦੇ ਹੱਥਾਂ ਵਿੱਚ ਬਰਕਤ, ਕਦਮਾਂ ਵਿੱਚ ਕ੍ਰਾਂਤੀ ਆ ਜਾਂਦੀ ਹੈ। ਇੱਕ ਬੇਨਤੀ ਹੋਰ ਸਮਝਿਓ, ਕਦੇ ਇਹ ਪੰਥ ਵਿੱਚ ਪਿਰਤ ਰਹੀ ਹੈ, ਧਾਰਮਿਕ ਅਸਥਾਨ ਦਾ ਜਦੋਂ ਕੋਈ ਨੀਂਹ ਪੱਥਰ ਰੱਖਣਾ ਹੋਵੇ, ਸਿੱਖ ਕੌਮ ਲੱਭਦੀ ਰਹੀ ਹੈ ਕਿਸੇ ਸਾਧੂ ਸੰਤ ਕੋਲੋਂ ਰਖਾਇਆ ਜਾਏ। ਕਿਉਂ ਭਾਈ? ਉਹਦੇ ਹੱਥਾਂ ਵਿੱਚ ਬਰਕਤ ਹੈ, ਉਹਦੇ ਕਦਮਾਂ ਵਿੱਚ ਕ੍ਰਾਂਤੀ ਹੈ, ਉਹਦੇ ਹੱਥਾਂ ਵਿੱਚ ਬਰਕਤ ਕੰਮ ਕਰਦੀ ਹੈ। ਇੱਥੇ ਹੀ ਬਸ ਨਹੀਂ, ਹਾਂ ਅਸੀਂ ਇਹ ਪਿਰਤ ਭੁੱਲਣ ਲੱਗ ਪਏ ਕਿਉਂਕਿ ਅਸੀਂ ਆਪਣੇ ਮੁਤਾਜ ਆਪਣੀਆਂ ਲੋੜਾਂ ਲਈ ਉਹਨਾਂ ਬੰਦਿਆਂ ਕੋਲੋਂ ਨੀਂਹ ਪੱਥਰ ਰਖਾਉਣ ਲੱਗ ਪਏ ਜਿਨ੍ਹਾਂ ਕੋਲੋਂ ਦੁਨਿਆਵੀ ਕੰਮ ਲੈਣੇ। ਕਦੇ ਨੀਂਹ ਪੱਥਰ ਉਹਨਾਂ ਦੇ ਹੱਥੋਂ ਰਖਾਉਂਦੇ ਸਨ ਜਿਹੜੇ ਅਧਿਆਤਮ ਦਾ ਰਾਹ ਦੱਸਣ ਦੀ ਤਾਕਤ ਰੱਖਦੇ ਸੀ। ਹੁਣ ਅਸੀਂ ਉਹਨਾਂ ਬੰਦਿਆਂ ਕੋਲੋਂ ਰਖਾਈਦਾ ਜਿਨ੍ਹਾਂ ਦੀ ਪਹੁੰਚ ਨੇੜੇ ਤੇੜੇ ਛੋਟੇ ਜਿਹੇ ਕੰਮ ਹੋ ਜਾਣਗੇ, ਉਹਨੂੰ ਸੱਦ ਲਓ। ਸਾਧ ਸੰਗਤ, ਹਿੰਦੁਸਤਾਨ ਵਿੱਚ ਇੱਕ ਸ਼ਹਿਰ ਹੈ ਜਿਹਨੂੰ ਤੁਸੀਂ ਵਾਰਾਣਸੀ ਕਹਿੰਦੇ ਹੋ, ਬਨਾਰਸ, ਹੁਣ ਉਹਨੂੰ ਵਾਰਾਣਸੀ ਕਹਿੰਦੇ ਨੇ। ਆਜ਼ਾਦ ਭਾਰਤ ਦੀ ਸਭ ਤੋਂ ਪਹਿਲੀ ਯੂਨੀਵਰਸਿਟੀ ਵਾਰਾਣਸੀ ਬਨਾਰਸ ਵਿੱਚ ਬਣੀ ਹੈ। ਜਦੋਂ ਬਨਾਰਸ ਦੇ ਅੰਦਰ ਯੂਨੀਵਰਸਿਟੀ ਬਣੀ, ਉਹਦਾ ਨਾਮ ਅੱਜ ਵੀ ਹੈ ਹਿੰਦੂ ਯੂਨੀਵਰਸਿਟੀ।
ਉਹ ਯੂਨੀਵਰਸਿਟੀ ਆਜ਼ਾਦ ਭਾਰਤ ਦੀ ਪਹਿਲੀ ਯੂਨੀਵਰਸਿਟੀ ਹਿੰਦੂ ਯੂਨੀਵਰਸਿਟੀ ਬਣਾਉਣੀ ਸੀ ਤੇ ਕਹਿੰਦੇ ਉਹਦੇ ਨੀਂਹ ਪੱਥਰ ਰੱਖਣ ਦੀ ਗੱਲ ਚੱਲੀ ਤੇ ਸੰਸਦ ਵਿੱਚ ਕਿਸੇ ਧਾਰਮਿਕ ਲੀਡਰ ਜਿਹਨੂੰ ਮਦਨ ਮੋਹਨ ਮਾਲਵੀਆ ਕਹਿੰਦੇ ਨੇ, ਉਹਨੇ ਪੁੱਛਿਆ ਕੋਈ ਸੰਤ ਐਸਾ ਹੈ ਜਿਹਦੇ ਹੱਥਾਂ ਵਿੱਚ ਬਰਕਤ ਹੋਵੇ? ਉਹਦੇ ਹੱਥ ਦੀ ਰੱਖੀ ਹੋਈ ਨੀਂਹ, ਕਿਉਂਕਿ ਹਿੰਦੁਸਤਾਨ ਵਿੱਚ ਵੱਡੇ ਵੱਡੇ ਮਹਿਲ ਬਣਦੇ ਰਹੇ ਨੇ, ਮੁਗਲ ਆਉਂਦੇ ਨੇ, ਅੰਗਰੇਜ਼ ਆਉਂਦੇ ਨੇ, ਉਹ ਸਭ ਕੁਝ ਢਾਹ ਕੇ ਆਪਣਾ ਗੁਲਫ ਚੜਾ ਦਿੰਦੇ ਨੇ। ਕੋਈ ਐਸਾ ਸੰਤ ਹੋਵੇ ਜਿਹਦੇ ਕੋਲੋਂ ਨੀਂਹ ਰਖਾਈਏ ਹਿੰਦੁਸਤਾਨ ਦੇ ਅੰਦਰ, ਉਹ ਰੱਖੀ ਯੂਨੀਵਰਸਿਟੀ ਦੀ ਨੀਂਹ ਸਦਾ ਲਈ ਪੱਕੀ ਹੋ ਜਾਏ। ਸੰਸਦ ਵਿੱਚ ਪੁੱਛਿਆ ਕੋਈ ਸੰਤ ਲੱਭੋ ਭਾਈ, ਯੂਨੀਵਰਸਿਟੀ ਆਜ਼ਾਦ ਭਾਰਤ ਦੀ ਪਹਿਲੀ ਬਣਨੀ, ਉਹਦੀ ਨੀਂਹ ਰਖਾਉਣੀ ਹੈ, ਉਹ ਨੀਂਹ ਰਖਾਉਣੀ ਹੈ, ਦੱਸੋ ਕੋਈ ਸੰਤ ਲੱਭੋ। ਤੇ ਉਹਨੂੰ ਕਿਸੇ ਨੇ ਪਤਾ ਦਿੱਤਾ ਹੈ ਪੰਜਾਬ ਦੀ ਧਰਤੀ ਉੱਤੇ ਇੱਕ ਭਗਤੀ ਵਾਲਾ ਸਾਧੂ ਰਹਿੰਦਾ ਹੈ, ਜਿਹਦੇ ਕਦਮਾਂ ਵਿੱਚ ਕ੍ਰਾਂਤੀ ਤੇ ਹੱਥਾਂ 'ਚ ਬਰਕਤ ਆ ਗਈ ਹੈ, ਜਿਹਦੇ ਅੰਦਰ ਨਾਮ ਸ਼ਬਦ ਦਾ ਪ੍ਰਚੰਡ ਗਿਆਨ ਪੱਕ ਗਿਆ, ਜਿਹੜਾ ਜਪ ਜਪ ਕੇ ਰੱਬ ਵਰਗਾ ਹੋਣ ਲੱਗ ਪਿਆ। ਉਹਨਾਂ ਕਿਹਾ ਕੌਣ ਹੈ? ਤੇ ਨਾਮ ਲਿਆ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ। ਸਾਧ ਸੰਗਤ ਸੰਗਰੂਰ ਸਟੇਸ਼ਨ ਤੱਕ ਦਿੱਲੀ ਤੋਂ ਬਾਈ ਟ੍ਰੇਨ ਆਇਆ ਔਰ ਉੱਥੇ ਸਾਧ ਸੰਗਤ 2.5 ਕਿਲੋਮੀਟਰ ਤਕਰੀਬਨ ਪਿੰਡਾ ਬਣਦਾ। ਉਹ ਮੰਤਰੀ ਆਪਣੇ ਬੰਦਿਆਂ ਨਾਲ ਨੰਗੇ ਪੈਰੀ ਚੱਲ ਕੇ ਮਸਤੂਆਣੇ ਪਹੁੰਚੇ, ਅਦਬ ਨਾਲ ਹੱਥ ਜੋੜ ਕੇ ਕਿਹਾ ਮਹਾਂਪੁਰਸ਼ੋ, ਆਜ਼ਾਦ ਭਾਰਤ ਦੀ ਪਹਿਲੀ ਯੂਨੀਵਰਸਿਟੀ ਬਣਨੀ ਹੈ, ਸਾਡੇ ਮਨ ਦੀ ਇੱਛਾ ਨੀਂਹ ਤੁਸੀਂ ਰੱਖੋ। ਮਹਾਂਪੁਰਸ਼ਾਂ ਨੇ ਕਿਹਾ ਭਾਈ ਤੁਸੀਂ ਭਾਵਨਾ ਨਾਲ ਆਇਓ, ਜ਼ਰੂਰ ਰੱਖਾਂਗੇ। ਇਹ ਬੱਚਿਆਂ ਦੀ ਪੜ੍ਹਾਈ ਦਾ, ਨੌਲੇਜ ਦਾ, ਅਕੈਡਮਿਕ ਐਜੂਕੇਸ਼ਨ ਦਾ ਕੰਮ ਹੈ, ਕਿਉਂ ਨਹੀਂ ਰੱਖਾਂਗੇ। ਆਪ ਮਹਾਂਪੁਰਸ਼ ਚੱਲ ਕੇ ਗਏ। ਅੱਜ ਵੀ ਉਹ ਯੂਨੀਵਰਸਿਟੀ ਦੇ ਬਾਹਰ ਨੀਂਹ ਪੱਥਰ ਤੇ ਮਹਾਂਪੁਰਸ਼ਾਂ ਦਾ ਨਾਮ ਲਿਖਿਆ ਹੈ ਔਰ ਸਾਧ ਸੰਗਤ ਅੱਜ ਦਹਾਕੇ ਗੁਜ਼ਰ ਗਏ ਨੇ। ਸਾਧ ਸੰਗਤ ਉਹ ਮਹਾਂਪੁਰਸ਼ਾਂ ਦੇ ਹੱਥਾਂ ਨਾਲ ਰੱਖਿਆ ਨੀਂਹ ਅੱਜ ਵੀ ਉਹ ਜਗ੍ਹਾ ਤੇ ਯੂਨੀਵਰਸਿਟੀ ਹੈ। ਮੇਰੇ ਕਹਿਣ ਤੋਂ ਭਾਵ ਇਹ ਹੈ ਜਪਣ ਵਾਲਿਆਂ ਦੇ ਹੱਥਾਂ ਵਿੱਚ ਬਰਕਤ ਹੈ, ਇਹ ਸਾਨੂੰ ਸੋਝੀ ਹੋਣੀ ਚਾਹੀਦੀ। ਉਹਨਾਂ ਦੇ ਅੰਦਰ ਗਿਆਨ ਪ੍ਰਚੰਡ ਹੋ ਜਾਂਦਾ ਹੈ। ਇਸੇ ਲਈ ਪਾਤਸ਼ਾਹ ਨੇ ਕਿਹਾ ਆਓ ਭਾਈ ਨਾਮ ਜਪੋ। ਸਭ ਤੋਂ ਪਹਿਲਾਂ ਨਾਮ ਜਪਣ ਨਾਲ ਦੁੱਖ ਦੂਰ ਹੁੰਦਾ ਹੈ, ਸਭ ਤੋਂ ਪਹਿਲਾਂ ਨਾਮ ਜਪਣ ਨਾਲ ਦੁੱਖ ਮਿਟਦੇ ਨੇ, ਕਿਉਂਕਿ ਬੰਦੇ ਦੀ ਪਹਿਲੀ ਲੋੜ ਹੈ ਮੈਂ ਸੁੱਖ ਪ੍ਰਾਪਤ ਕਰਾਂ, ਪਹਿਲੀ ਲੋੜ ਹੈ ਤੰਦਰੁਸਤੀ ਹੋਵੇ। ਜੇ ਦੁੱਖ ਹੈ ਤਾਂ ਤੁਹਾਡਾ ਮਨ ਹੀ ਨਹੀਂ ਲੱਗੇਗਾ ਭਗਤੀ ਵਿੱਚ। ਜੇ ਸਰੀਰ ਕਰਕੇ ਦੁਖੀ ਹੋ ਕਿਵੇਂ ਨਾਮ ਜਪੋਗੇ? ਜੇ ਸਰੀਰ ਕਰਕੇ ਦੁਖੀ ਹੈ ਕਿਵੇਂ ਅਧਿਆਤਮ ਰੱਬ ਨੂੰ ਮੰਗੋਗੇ? ਇਸ ਲਈ ਪਾਤਸ਼ਾਹ ਨੇ ਪਹਿਲੀ ਲੋੜ ਕਹੀ ਆਓ ਭਾਈ ਨਾਮ ਜਪੋ। ਨਾਮ ਜਪਣ ਨਾਲ ਦੁੱਖ ਮਿਟਦੇ ਹਨ। ਹਰ ਹਰ ਸਤਿਗੁਰ ਪੁਰਖ ਮਿਲਾਵੋ, ਗੁਰ ਮਿਲਿਆ ਸੁਖ ਹੋਈ RAM। ਕਹਿੰਦੇ ਨਾਲੇ ਅਰਦਾਸ ਕਰੋ, ਹੇ ਅਕਾਲ ਪੁਰਖ ਵਾਹਿਗੁਰੂ ਮੈਨੂੰ ਉਸ ਸਤਿਗੁਰੂ ਪੁਰਖ ਨਾਲ ਮਿਲਾਓ ਜਿਸ ਗੁਰੂ ਨੂੰ ਮਿਲਣ ਨਾਲ ਸੁਖ ਪ੍ਰਾਪਤ ਹੁੰਦਾ ਹੈ। ਇਹ ਯਾਦ ਰੱਖਿਓ, ਰੱਬ ਦਾ ਨਾਮ ਸਿੱਧਾ ਨਹੀਂ, ਉਹ ਗੁਰੂ ਦੇ ਰਾਹੀਂ ਤੁਹਾਨੂੰ ਹੋ ਕੇ ਆਉਣਾ ਪਏਗਾ। ਇਸ ਲਈ ਵਾਰ-ਵਾਰ ਹਜ਼ੂਰ ਨੇ ਕਿਹਾ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਜਿੱਦਣ ਕੋਈ ਗੁਰੂ ਰਾਹੀਂ ਜਪਦਾ ਉਹਦੀ ਘਾਲਣਾ ਫਿਰ ਸਾਧ ਸੰਗਤ ਸਫਲ ਹੁੰਦੀ ਹੈ। ਤਾਈਓ ਸਾਹਿਬ ਨੇ ਵਡਿਆਈ ਕਰਕੇ ਕਿਹਾ ਜਾ ਕੈ ਸਿਮਰਨ ਸਭ ਕਿਛ ਪਾਈਐ, ਵਿਰਥੀ ਕਾਲ ਨਾ ਜਾਈ, ਸੋ ਪ੍ਰਭ ਤਿਆਗ ਵਰਕਤ ਲਾਗੋ, ਜੋ ਸਭ ਮੈਂ ਰਿਆ ਸਮਾਈ। ਹਰ ਹਰ ਸਿਮਰੋ ਸੰਤ ਗੋਪਾਲਾ, ਸਾਧ ਸੰਗ ਮਿਲ। ਜਿੱਥੇ ਬਹਿ ਕੇ ਜਪ ਰਹੇ ਹੋ ਆਖੋ ਸਤਨਾਮ ਸ੍ਰੀ ਹਰ ਹਰ ਸਿਮਰੋ ਸੰਤ ਗੋਪਾਲਾ, ਸਾਧ ਸੰਗ ਮਿਲ ਨਾਮ ਤੇ ਆਵੋ, ਪੂਰਨ ਹੋਵੇ ਕਾਲਾ। ਭਾਈ ਤੁਹਾਡੀ ਘਾਲਣਾ ਪੂਰੀ ਹੋ ਜਾਏਗੀ। ਗੁਰੂ ਦੀ ਸੰਗਤ ਵਿੱਚ ਬਹਿ ਕੇ ਨਾਮ ਜਪੋ, ਗੁਰੂ ਨੂੰ ਮਿਲ ਕੇ ਨਾਮ ਜਪਣ ਨਾਲ ਸੁਖ ਮਿਲਦਾ ਹੈ। ਹਰ ਗੁਣ ਗਾਵੋ ਮੀਤ ਹਮਾਰੇ, ਆਖੋ ਸਤਨਾਮ ਸ੍ਰੀ ਗੱਜ ਕੇ ਆਖਿਆ ਕਰੋ ਸਤਨਾਮ ਸ੍ਰੀ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਹੁਤ ਪਿਆਰ ਕਰਕੇ ਸਾਨੂੰ ਪਤਾ ਕੀ ਕਿਹਾ, ਮਿੱਤਰ ਕਹਿੰਦੇ ਹੈ ਮੇਰੇ ਮਿੱਤਰ ਪਿਆਰਿਓ ਆਓ ਭਾਈ ਗੁਣ ਗਾਓ। ਕਿੰਨੇ ਪਿਆਰ ਨਾਲ ਕਹਿ ਰਹੇ ਨੇ। ਸਾਧ ਸੰਗਤ ਇੰਨੇ ਪਿਆਰ ਨਾਲ ਸਤਿਗੁਰੂ ਆਵਾਜ਼ ਮਾਰ ਰਹੇ ਨੇ। ਆਪਣੀ ਸੁਰਤ ਨੂੰ ਲਾਓ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ। ਸਤਿਗੁਰੂ ਪਿਆਰ ਨਾਲ ਆਵਾਜ਼ ਮਾਰਦੇ ਨੇ, ਆਪਾਂ ਉਸ ਪਿਆਰ ਦਾ ਆਨੰਦ ਮਾਣੀਏ। ਇੱਕ ਵਾਰ ਸਾਰੇ ਪਿਆਰ ਨਾਲ ਕਹੋ
गावो मीत हमारे हर गुण गावो मीत हमारे, 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 गावो मीत वाहिगुरु। सतगुरु गुरु रामदास महाराज बख्शिश करदे इन्ने प्यार नाल कहंदे, आओ मेरे मित्र प्यारिओ, अकाल पुरख वाहिगुरु दे गुण गावो, गुण गान नाल की प्राप्त होएगा। हर हर नाम रखो उर तारे, ਕਹਿੰਦੇ ਮਿੱਤਰ ਪਿਆਰੇ ਗੁਰਸਿੱਖੋ, ਰੋਜ਼ ਗੁਣ ਗਾਣ ਨਾਲ, ਵਾਹਿਗੁਰੂ ਕਹਿਣ ਨਾਲ, ਉਸਤਤ ਕਰਨ ਨਾਲ, ਉਸ ਅਕਾਲ ਪੁਰਖ ਵਾਹਿਗੁਰੂ ਦੀ ਨਾਮ ਵਿਚਾਰ ਕਰਨ ਨਾਲ ਇਹ ਨਾਮ ਤੁਹਾਡੇ ਉਰ ਧਾਰੇ ਦਾ ਅਰਥ ਹੈ ਹਿਰਦੇ ਵਿੱਚ ਧਾਰਨ ਹੋ ਜਾਏਗਾ, ਹਿਰਦੇ ਵਿੱਚ ਟਿਕ ਜਾਏਗਾ। ਇਹ ਫਿਰ ਨਾਮ ਤੁਹਾਨੂੰ ਉਸ ਅੰਦਰ ਤੱਕ ਲੈ ਜਾਏਗਾ ਜਿਸ ਅੰਦਰ ਦੀ ਸੇਵਾ ਤੱਕ ਕਈ ਜਨਮਾਂ ਤੋਂ ਬਾਅਦ ਪਹੁੰਚਿਆ ਜਾਂਦਾ ਹੈ। ਪਾਤਸ਼ਾਹ ਬਚਨ ਕਹਿੰਦੇ, ਭਾਈ ਇਹ ਨਾਮ ਤੁਹਾਡੇ ਹਿਰਦੇ ਦੇ ਅੰਦਰ, ਭਾਵ ਹਿਰਦੇ ਅੰਦਰ ਧਾਰਨ ਕਰੋ, ਜਪਦਿਆਂ ਜਪਦਿਆਂ ਇਹ ਨਾਮ ਗੁਣ ਗਾਉਂਦਿਆਂ ਹਿਰਦੇ ਵਿੱਚ ਵਸ ਜਾਏਗਾ। ਹਰ ਹਰ ਅੰਮ੍ਰਿਤ ਬਚਨ ਸੁਨਾਵੋ, ਗੁਰ ਮਿਲਿਆ ਪ੍ਰਗਟ ਹੋਈ RAM। ਹਿਰਦੇ ਵਿੱਚ ਧਾਰਨ ਹੋਣ ਤੋਂ ਬਾਅਦ ਨਿਸ਼ਾਨੀ ਕੀ ਹੈ? ਕਿਸੇ ਦੇ ਹਿਰਦੇ ਵਿੱਚ ਸ਼ਬਦ ਧਾਰਨ ਹੋਣ ਲੱਗ ਪਿਆ, ਹਿਰਦੇ ਵਿੱਚ ਟਿਕਣ ਲੱਗ ਪਿਆ, ਇਹਦੀ ਕੀ ਨਿਸ਼ਾਨੀ ਹੈ? ਪਾਤਸ਼ਾਹ ਕਹਿੰਦੇ ਉਹਨੂੰ ਫਿਰ ਗੁਰੂ ਦੇ ਰੱਬ ਦੇ ਅੰਮ੍ਰਿਤ ਬਚਨ ਸੋਹਣੇ ਲੱਗਣ ਲੱਗ ਪੈਂਦੇ ਨੇ। ਉਹ ਜਿੱਥੇ ਬਹਿੰਦਾ ਉੱਥੇ ਜਾ ਕੇ ਕਹਿੰਦਾ, ਜਿੱਥੇ ਜਾਏ ਵਈਏ ਭਲਾ ਕਹੀਏ, ਸਭ ਗੱਲਾਂ ਛੱਡ ਕੇ ਕਹਿੰਦਾ ਭਲੇ ਦੀ ਗੱਲ ਕਰੋ, ਕੋਈ ਰੱਬ ਦੀ ਗੱਲ ਸੁਣਾਓ। ਉਹਨੂੰ ਰੱਬ ਦੇ ਬਚਨ ਪਿਆਰੇ ਲੱਗਣ ਲੱਗ ਪੈਂਦੇ ਨੇ, ਉਹਨੂੰ ਦੁਨੀਆ ਦੀ ਨਿੰਦਿਆ ਦੇ ਵਿੱਚੋਂ ਰਸ ਆਉਣਾ ਬੰਦ ਹੋ ਜਾਂਦਾ ਹੈ। ਤੇ ਪਾਤਸ਼ਾਹ ਬਚਨ ਕਹਿੰਦੇ, ਗੁਰ ਮਿਲੇ ਪ੍ਰਗਟ ਹੋਈ RAM। ਭਾਈ ਇਹ ਸਭ ਕੁਝ ਤਾਂ ਪ੍ਰਗਟ ਹੁੰਦਾ ਜੇ ਗੁਰੂ ਮਿਲੇ, ਗੁਰੂ ਦੇ ਰਾਹੀਂ ਇਹ ਵਰਤਦਾ ਸਭ ਕੁਝ, ਗੁਰੂ ਦੇ ਰਾਹੀਂ ਫਿਰ ਪ੍ਰਗਟ ਹੁੰਦਾ ਹੈ। ਭਾਵ ਉਹਨੂੰ ਗੁਰੂ ਦੇ ਬਚਨ, ਰੱਬ ਦੀ ਵਡਿਆਈ, ਉਸਤਤ ਚੰਗੀ ਲੱਗਣ ਲੱਗ ਪੈਂਦੀ ਹੈ। ਫਿਰ ਅਗਲੀ ਸਟੇਜ ਉਹਦੇ ਅੰਦਰ ਵਿਸ਼ਵਾਸ ਆ ਜਾਂਦਾ ਹੈ। ਉਹ ਹਰ ਕਰਮ ਵਿੱਚ ਕਹਿੰਦਾ ਉਹਦਾ ਹੁਕਮ ਹੈ, ਹਰ ਕਰਮ ਵਿੱਚ ਕਹਿੰਦਾ ਰੱਬ ਦੇ ਹੁਕਮ ਵਿੱਚ ਹੈ, ਹਰ ਕਰਮ ਵਿੱਚ ਕਹਿੰਦਾ ਜੋ ਰੱਬ ਨੂੰ ਚੰਗਾ ਹੈ। ਆਪੇ ਹਰ ਇੱਕ ਰੰਗ ਹੈ, ਆਪੇ ਵੋ ਰੰਗੀ, ਜੋ ਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ। ਉਹਦੇ ਹਿਰਦੇ ਤੋਂ ਨਿਕਲਣ ਲੱਗ ਪੈਂਦਾ, ਉਹਦੇ ਹੁਕਮ ਵਿੱਚ ਹੈ ਸਭ ਕੁਝ, ਉਹਦੇ ਹੁਕਮ ਵਿੱਚ, ਭਲਾ ਵੀ ਉਹਦੇ ਹੁਕਮ ਵਿੱਚ, ਬੁਰਾ ਵੀ ਉਹਦੇ ਹੁਕਮ ਵਿੱਚ। ਉਹ ਬੁਰੇ ਬੰਦੇ ਦੀ ਵੀ ਨਿੰਦਿਆ ਨਹੀਂ ਕਰੇਗਾ, ਬੁਰੇ ਨੂੰ ਵੇਖ ਕੇ ਵੀ ਕਹੇਗਾ ਉਹਦੇ ਹੁਕਮ ਵਿੱਚ ਹੈ। ਇਹ ਹਿਰਦੇ ਧਾਰਨ ਕਰਨ ਤੋਂ ਬਾਅਦ ਅਗਲੀ ਅਵਸਥਾ ਹੈ। ਨਹੀਂ ਤੇ ਨਿੰਦਿਆ ਸ਼ੁਰੂ ਕਰੋ, ਜਿਹਦੇ ਨਾਲ ਤੁਹਾਡਾ ਵੈਰ ਹੈ, ਭਾਵੇਂ ਘੰਟਿਆਂ ਬੱਧੀ ਉਹਦੀ ਨਿੰਦਿਆ ਸੁਣੀ ਜਾਓ, ਰਸ ਆਉਂਦਾ, ਆਪ ਵੀ ਗੱਲ ਵਧਾਓਗੇ। ਸਗੋਂ ਕਈ ਵਾਰ ਰਸ ਇੰਨਾ ਆਉਂਦਾ ਤੇ ਸਾਧ ਸੰਗਤ ਪਤਾ ਵੀ ਹੁੰਦਾ, ਫਿਰ ਉਸ ਗੱਲ ਨੂੰ ਦੁਬਾਰਾ ਪੁੱਛੀਦਾ, ਉਹਦੇ ਬਾਰੇ ਕੋਈ ਗੱਲ ਸੁਣੀ ਹੈ, ਲੱਗਾ ਪਤਾ, ਉਹ ਬਾਰ-ਬਾਰ ਪੁੱਛਣਾ ਚਾਹੁੰਦਾ। ਇੱਕ ਦਿਨ ਵਿੱਚ ਕਈ ਵਾਰ ਕਈ ਲੋਕਾਂ ਤੋਂ ਪੁੱਛਦਾ, ਉਹਨੂੰ ਨਿੰਦਿਆ ਦਾ ਰਸ ਆਉਂਦਾ। ਪਰ ਜਦੋਂ ਉਰ ਧਾਰੇ ਅਵਸਥਾ ਜਾਂਦੀ ਹੈ, ਉੱਥੇ ਫਿਰ ਆ ਸ਼ੁਰੂ ਹੁੰਦਾ, ਉਹਦੇ ਹੁਕਮ ਵਿੱਚ ਹੈ। ਭਾਈ ਬੁਰਾ ਵੀ ਉਹਦੇ ਹੁਕਮ ਵਿੱਚ, ਭਲਾ ਵੀ ਉਹਦੇ ਹੁਕਮ ਵਿੱਚ। ਇੱਥੇ ਉਹ ਟਿਕ ਜਾਂਦਾ ਹੈ। ਫਿਰ ਸਾਹਿਬ ਨੇ ਬਚਨ ਕਿਹਾ ਬਾਣੀ ਅੰਦਰ, ਭਗਤ ਧੰਨਾ ਜੀ ਦਾ ਸ਼ਬਦ ਹੈ, ਕਹਿੰਦੇ ਉਹਨੂੰ ਇੰਨਾ ਵਿਸ਼ਵਾਸ ਹੋ ਜਾਂਦਾ, ਉਹ ਫਿਰ ਹਿਰਦੇ ਨੂੰ ਕਹਿੰਦਾ, ਸਭ ਗੱਲਾਂ ਛੱਡ, ਕਿਉਂ ਨਹੀਂ ਉਹਨੂੰ ਚੇਤੇ ਕਰਦਾ ਜਿਹਦੇ ਹੁਕਮ ਵਿੱਚ ਹੋ ਰਿਹਾ, ਜਿਹਦੇ ਹੁਕਮ ਵਿੱਚ ਸਭ ਕੁਝ ਹੋ ਰਿਹਾ, ਤੂੰ ਉਹਨੂੰ ਚੇਤੇ ਕਰ। ਰੇ ਚਿਤ ਚੇਤਸ ਕੀ ਨਹੀਂ ਦਿਆਲ ਦਾ ਮੁਦਰ, ਵਿਵੈ ਨਾ ਜਾਣ ਸਕੋਈ। ਵਿਵੈ ਦਾ ਅਰਥ ਹੁੰਦਾ ਦੂਜਾ, ਕਹਿੰਦੇ ਦੂਜਾ ਹੋਰ ਕੋਈ ਕਰ ਹੀ ਨਹੀਂ ਰਿਹਾ, ਉਹਦੇ ਹੁਕਮ 'ਚ ਹੋ ਰਿਹਾ, ਕਿਉਂ ਨਹੀਂ ਉਹਨੂੰ ਚੇਤੇ ਕਰਦਾ। ਰੇ ਚਿਤ ਚੇਤਸ ਕੀ ਨਹੀਂ ਦਿਆਲ ਦਾ ਮੁਦਰ, ਵਿਵੈ ਨਾ ਜਾਣ ਸਕੋਈ।
ਜੇ ਧਾਵੇਂ ਬ੍ਰਹਮੰਡ ਖੰਡ ਕੋ ਕਰਤਾ ਕਰੇ ਸੋਈ। ਕਰਤਾ ਜੋ ਕਰ ਰਿਹਾ ਭਾਈ ਉਹ ਹੋ ਰਿਹਾ। ਇਹ ਉਰ ਧਾਰੇ ਤੋਂ ਬਾਅਦ ਗੁਰ ਮਿਲੇ ਪ੍ਰਗਟ ਹੋਈ RAM। ਗੁਰੂ ਦੇ ਰਾਹੀਂ ਇਹ ਗੱਲ ਫਿਰ ਪ੍ਰਗਟ ਹੁੰਦੀ ਹੈ। ਸਾਧ ਸੰਗਤ, ਜੇ ਇਹ ਚੀਜ਼ ਪ੍ਰਗਟ ਨਾ ਹੋਵੇ ਹਉਮੈ ਰਹਿ ਜਾਂਦੀ ਹੈ। ਦਸਮ ਪਾਤਸ਼ਾਹ ਮਾਲਵੇ ਦੀ ਧਰਤੀ ਤੇ ਪਹੁੰਚੇ। ਦਸ਼ਮੇਸ਼ ਪਿਤਾ ਕੋਲ ਇੱਕ ਬਹੁਤ ਤਾਕਤਵਰ ਫੌਜਾਂ ਸਿਪਾਹੀ ਰੱਖੇ ਹੋਏ ਨੇ। ਇੱਕ ਚੌਧਰੀ ਆਉਂਦਾ ਜਿਹਦੀ ਪਹੁੰਚ ਹੈ, ਸਿਪਾਹੀ ਨੇ, ਮਲਕੀਅਤ ਹੈ, ਰਾਜ ਹੈ। ਉਹ ਸਤਿਗੁਰ ਦਾ ਸ਼ਰਧਾਲੂ ਰਿਹਾ। ਕਈ ਵਾਰ ਘੋੜੇ ਵੀ ਲਿਜਾ ਕੇ ਅਨੰਦਪੁਰ ਸਾਹਿਬ ਮਹਾਰਾਜ ਨੂੰ ਵੇਚਦਾ ਰਿਹਾ। ਅੱਜ ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਮਿਲੇ, ਉਹਨੂੰ ਸਭ ਹਾਲਾਤਾਂ ਦਾ ਪਤਾ ਲੱਗਾ ਕਿ ਪਾਤਸ਼ਾਹ ਦਾ ਅਨੰਦਪੁਰ ਸਾਹਿਬ ਗੁਰੂ ਕੋਲ ਨਹੀਂ ਰਿਹਾ, ਪਰਿਵਾਰ ਵਿਛੜ ਗਿਆ, ਸਾਹਿਬਜ਼ਾਦੇ ਚਾਰੇ ਹੀ ਸ਼ਹੀਦ ਹੋ ਗਏ, ਗੁਰੂ ਦਾ ਫਲਾਨਾ ਫਲਾਨਾ ਸਿੱਖ ਸ਼ਹੀਦ ਹੋ ਗਿਆ, ਗੁਰੂ ਦਾ ਪਰਿਵਾਰ ਅਜੇ ਤੱਕ ਪਤਾ ਨਹੀਂ। ਤਾਂ ਉਹ ਬੜਾ ਅਫਸੋਸ ਜਤਾਉਣ ਵਾਸਤੇ ਆਇਆ ਤੇ ਆ ਕੇ ਪਾਤਸ਼ਾਹ ਨੂੰ ਅਫਸੋਸ ਜਤਾ ਕੇ ਕਹਿੰਦਾ, ਮਹਾਰਾਜ ਬੜਾ ਮਾੜਾ ਹੋਇਆ ਤੁਹਾਡੇ ਨਾਲ। ਸਤਿਗੁਰਾਂ ਕਿਹਾ, ਭਾਈ ਕਰਤਾਰ ਦੇ ਹੁਕਮ ਵਿੱਚ ਹੈ, ਉਹਦੇ ਭਾਣੇ ਵਿੱਚ ਹੈ, ਉਹਦੇ ਭਾਣੇ ਵਿੱਚ ਕੋਈ ਚੰਗਾ ਮਾੜਾ ਨਹੀਂ। ਜੋ ਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ। ਅੱਗੋਂ ਫਿਰ ਉਹਦੇ ਅੰਦਰ ਸੁਖਮ ਥੋੜਾ ਅਹੰਕਾਰ ਸੀ। ਉਹ ਗੁਰੂ ਨੂੰ ਕਹਿੰਦਾ, ਮਹਾਰਾਜ ਜੇ ਕਿਤੇ ਮੈਨੂੰ ਸੱਦ ਲੈਂਦੇ ਨਾ ਇੱਕ ਵਾਰ, ਆ ਨਹੀਂ ਸੀ ਤੁਹਾਡੇ ਨਾਲ ਹੋਣਾ। ਮੈਂ ਤੁਹਾਡੇ ਸਾਹਿਬਜ਼ਾਦੇ ਸ਼ਹੀਦ ਨਹੀਂ ਸੀ ਹੋਣ ਦੇਣੇ, ਮੈਂ ਤੁਹਾਡੇ ਪੁੱਤਰ ਨਹੀਂ ਸੀ ਸ਼ਹੀਦ ਹੋਣ ਦੇਣੇ। ਮਹਾਰਾਜ ਇੱਕ ਵਾਰ ਸੁਨੇਹਾ ਘੱਲਦੇ ਤਾਂ ਸਹੀ, ਮੈਨੂੰ ਬੁਲਾ ਲੈਂਦੇ ਇੱਕ ਵਾਰ। ਸੱਚੇ ਪਾਤਸ਼ਾਹ ਨੇ ਫਿਰ ਬੜੇ ਪਿਆਰ ਵਿੱਚ ਕਿਹਾ, ਨਹੀਂ ਡੱਲਿਆ, ਉਹਦੇ ਹੁਕਮ ਵਿੱਚ ਹੈ, ਕਰਤਾਰ ਦੇ ਹੁਕਮ ਵਿੱਚ ਹੀ ਸਭ ਕੁਝ ਹੁੰਦਾ ਹੈ, ਉਹਦੇ ਭਾਣੇ ਵਿੱਚ ਹੈ, ਛੱਡ ਤੂੰ ਕੋਈ ਹੋਰ ਗੱਲ ਕਰ। ਉਹਨੇ ਫਿਰ ਗੁਰੂ ਦੇ ਸਿੱਖਾਂ ਵੱਲ ਵੇਖਿਆ। ਪਿਆਰੇ ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ ਕਈ ਮਹੀਨਿਆਂ ਦੀ ਭੁੱਖ ਕਰਕੇ ਜੰਗ ਵੀ ਲੜੇ ਨੇ, ਸਰੀਰ ਥੋੜੇ ਕਮਜ਼ੋਰ ਪੈ ਗਏ ਨੇ, ਫਟੇ ਪੁਰਾਣੇ ਜਿਹੇ ਵਸਤਰ ਨੇ, ਪੈਰਾਂ ਵਿੱਚ ਜੋੜੇ ਵੀ ਕੋਈ ਵਧੀਆ ਨਹੀਂ, ਸਰੀਰ ਵੀ ਕਮਜ਼ੋਰ ਪਏ ਨੇ, ਕਈ ਮਹੀਨਿਆਂ ਤੋਂ ਘੱਟ ਭੋਜਨ ਮਿਲਿਆ। ਉਹਨਾਂ ਵੱਲ ਵੇਖ ਕੇ ਹੁਣ ਡੱਲਾ ਥੋੜਾ ਹੰਕਾਰ ਵਿੱਚ ਬੋਲਿਆ, ਕਹਿੰਦਾ, ਮਹਾਰਾਜ ਇਹਨਾਂ ਨੇ ਤੁਹਾਡੀ ਕੀ ਰੱਖਿਆ ਕਰਨੀ ਸੀ, ਇਹਨਾਂ ਨੇ ਤੁਹਾਡੀ ਕੀ ਮਦਦ ਕਰਨੀ ਸੀ। ਮੇਰੇ ਸੂਰਵੀਰ ਵੇਖੋ, 7-7 ਫੁੱਟ ਦੇ ਤਾਕਤਵਾਰਾ ਜਵਾਨ ਬੰਦੇ ਵੇਖੋ, ਮਹਾਰਾਜ ਮੇਰੇ ਕੋਲ ਜੋਧੇ ਤਾਕਤਵਰ, ਇਹਨੇ ਤੁਹਾਡੀ ਕੀ ਮਦਦ ਕਰਨੀ ਸੀ। ਹੁਣ ਦਸਮ ਪਿਤਾ ਥੋੜੇ ਜਿਹੇ ਰੋਹ ਵਿੱਚ ਆਏ। ਇੱਕ ਬੇਨਤੀ ਸਮਝਿਓ, ਗੁਰੂ ਨੂੰ ਕੋਈ ਕੁਝ ਕਵੇ ਤੇ ਸ਼ਾਇਦ ਗੁਰੂ ਬਰਦਾਸ਼ਤ ਕਰ ਜਾਏ। ਜਿੱਦਣ ਕੋਈ ਗੁਰੂ ਦੇ ਪਿਆਰ ਵਿੱਚ ਭੇਜੇ ਸਿੱਖ ਨੂੰ ਕੁਝ ਕਹਿੰਦਾ, ਉਦਣ ਗੁਰੂ ਬਰਦਾਸ਼ਤ ਨਹੀਂ ਕਰਦਾ। ਕਿਉਂ? ਗੁਰਸਿੱਖਾਂ ਅੰਦਰ ਸਤਿਗੁਰ ਵਰਤ ਹੈ। ਇਸ ਲਈ ਕਿਸੇ ਦੀ ਨਿੰਦਿਆ ਕਰਨ ਲੱਗਿਆਂ ਥੋੜਾ ਸੁਚੇਤ ਹੀ ਰਿਹਾ ਕਰੋ। ਹੋ ਸਕਦਾ ਉਹਦਾ ਗੁਰੂ ਨਾਲ ਡਾਢਾ ਪਿਆਰ ਹੋਵੇ ਤੇ ਫਿਰ ਗੁਰੂ ਰੋਹ ਵਿੱਚ ਆ ਜਾਏ, ਫਿਰ ਕੀ ਕਰੋਗੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਥੋੜੇ ਰੋਹ ਵਿੱਚ ਆ ਗਏ। ਕਹਿਣਗੇ, ਡੱਲਿਆ ਆਹ ਤੂੰ ਚੰਗਾ ਨਹੀਂ ਕੀਤਾ। ਜਿਨ੍ਹਾਂ ਬਾਰੇ ਕਹਿੰਦਾ ਨਾ ਇਹਨਾਂ ਕੀ ਮਦਦ ਕਰਨੀ ਹੈ, ਤੇਰੇ ਸੂਰਵੀਰ ਤਗੜੇ, ਲਿਆ ਫਿਰ ਆਪਣਾ ਕੋਈ ਯੋਧਾ। ਆ ਕਿਸੇ ਨੇ ਬੰਦੂਕ ਭੇਂਟ ਕੀਤੀ ਹੈ, ਥੋੜਾ ਨਿਸ਼ਾਨਾ ਸਿੱਧ ਪਰਖ ਕੇ ਵੇਖ ਲਈਏ। ਕਹਿ ਕਿਸੇ ਨੂੰ ਜਿਹਦੇ ਵੱਲ ਵੇਖੇ ਉਹ ਅੱਖਾਂ ਪਰਾਂ ਕਰ ਲੈ। ਹੁਣ ਡੱਲਾ ਬੜਾ ਛਿੱਥਾ ਹੋਇਆ। ਦੋ ਚੌ ਨੂੰ ਕਿਹਾ, ਕੋਈ ਅੱਗੇ ਨਾ ਹੋਵੇ, ਮੂੰਹ ਜੋੜ ਕੇ ਗੱਲਾਂ ਕਰਨਗਾ, ਵੀ ਲੈ ਬੰਦੂਕ ਦਾ ਨਿਸ਼ਾਨਾ ਬੰਦੇ ਤੇ ਪਰਖਣਾ, ਇਹ ਕਿਹੜੀ ਗੱਲ ਹੋਈ। ਪਾਤਸ਼ਾਹ ਨੇ ਕਿਹਾ, ਤੇਰੇ ਯੋਧੇ ਡਰ ਗਏ ਨੇ ਡੱਲਿਆ। ਜਿਨ੍ਹਾਂ ਨੂੰ ਕਹਿੰਦਾ ਸੀ ਨਾ, ਮਹਾਰਾਜ ਮੈਨੂੰ ਕਿਤੇ ਹੁਕਮ ਕਰਦੇ, ਸੱਦ ਲੈਂਦੇ, ਮੈਂ ਆ ਨਹੀਂ ਸੀ ਹੋਣ ਦੇਣਾ, ਤੇਰਾ ਇੱਕ ਵੀ ਬੰਦਾ ਮਰਨ ਲਈ ਤਿਆਰ ਨਹੀਂ, ਇਹ ਡਰ ਗਏ ਨੇ। ਜੇ ਇਹ ਡਰ ਗਏ ਡੱਲਿਆ, ਤੂੰ ਸਾਹਮਣੇ ਆ ਜਾ, ਤੇਰੇ ਤੇ ਨਿਸ਼ਾਨਾ ਪਰਖ ਲੈਨੇ। ਹੱਥ ਜੋੜ ਕੇ ਖਲੋ ਗਿਆ। ਮਹਾਰਾਜ ਨਹੱਕਾ ਹੀ ਕਿਉਂ ਮਾਰਨੇ, ਬੰਦੂਕ ਦਾ ਨਿਸ਼ਾਨਾ ਕਿਸੇ ਜਾਨਵਰ ਤੇ ਵੀ ਪਰਖਿਆ ਜਾ ਸਕਦਾ ਹੈ, ਮੇਰੇ ਤੇ ਕਿਉਂ। ਦਸਮ ਪਿਤਾ ਨੇ ਕਿਹਾ, ਲੈ ਫਿਰ ਜਿਨ੍ਹਾਂ ਨੂੰ ਕਹਿੰਦਾ ਨਾ ਇਹਨਾਂ ਕੀ ਕਰਨਾ ਸੀ, ਇਹਨੇ ਕੀ ਰੱਖਿਆ ਕਰਨੀ ਸੀ। ਪਾਤਸ਼ਾਹ ਨੇ ਕਿਹਾ, ਗੁਰੂ ਦੇ ਸਿੱਖੋ ਆਓ ਬਈ ਬੰਦੂਕ ਦਾ ਨਿਸ਼ਾਨਾ ਪਰਖਣਾ। ਜਿਹਦੇ ਕੰਨਾਂ ਵਿੱਚ ਆਵਾਜ਼ ਪਈ, ਭੱਜ ਕੇ ਲੈਣ ਲਾ ਕੇ ਖਲੋ ਗਏ। ਮਹਾਰਾਜ ਮੇਰੇ ਤੇ ਪਰਖੋ, ਮੇਰੇ ਤੇ ਪਰਖੋ। ਕਿਸੇ ਨੇ ਕਿਹਾ, ਜੀ ਪਹਿਲਾਂ ਮੈਂ ਸੁਣਿਆ। ਐਡੀ ਲੰਬੀ ਕਤਾਰ ਵੇਖ ਕੇ ਡੱਲੇ ਦਾ ਸਿਰ ਝੁਕ ਗਿਆ। ਦਸਮ ਪਿਤਾ ਨੇ ਇੱਕੋ ਗੱਲ ਕਹੀ, ਭਾਈ ਇਹ ਇਕੱਲੇ ਬਾਹਰੋਂ ਸੂਰਵੀਰ ਨਹੀਂ, ਇਹ ਆਤਮਾ ਨੂੰ ਜਿੱਤੇ ਹੋਏ ਸੂਰਵੀਰ ਨੇ। ਇਹਨਾਂ ਨੇ ਆਤਮ ਜਿੱਤਿਆ। ਇਹ ਬਾਹਰੋਂ ਇਕੱਲੇ ਖਾ ਕੇ ਪਦਾਰਥ ਤਾਕਤਵਰ ਨਹੀਂ। ਇਹ ਪਤਾ ਕੌਣ ਨੇ? जाको हर रंग लागो इस जुग में, पढ़ो सो कैयत है सूरा, आत्म जिने सगल वसता के, जाका सतगुर पूरा। भाई जिन्हां दा पूरा सतगुरु है ਉਹ ਇੱਥੇ ਖਲੋਤੇ ਨੇ। ਅੱਜ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ
ਕਹਿੰਦੇ ਗੁਰੂ ਦੇ ਰਾਹੀਂ ਹੀ ਇਹ ਪ੍ਰਗਟ ਹੁੰਦਾ ਹੈ। ਮਧੂਸੂਦਨ ਹਰ ਮਾਧੋ ਪ੍ਰਾਨਾ, ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਦੈਂਤਾਂ ਦਾ ਨਾਸ਼ ਕਰਨ ਵਾਲਾ ਰੱਬ, ਉਹ ਪਰਮਾਤਮਾ ਮੇਰੇ ਪ੍ਰਾਣਾਂ ਦਾ ਪਤੀ ਹੈ। ਮੇਰੇ ਮਨ ਤਨ ਅੰਮ੍ਰਿਤ ਮੀਠ ਲਗਾਨਾ, ਗੁਰੂ ਦੀ ਕਿਰਪਾ ਨਾਲ ਆ ਕੁਝ ਪ੍ਰਗਟ ਹੁੰਦਾ ਹੈ। ਉਹਦੇ ਮਨ ਤਨ ਨੂੰ ਗੁਰੂ ਦਾ ਹੁਕਮ, ਗੁਰੂ ਦਾ ਉਪਦੇਸ਼, ਗੁਰੂ ਦੀ ਬਾਣੀ, ਗੁਰੂ ਦਾ ਸ਼ਬਦ ਅੰਮ੍ਰਿਤ ਵਰਗਾ ਮਿੱਠਾ ਲੱਗਣ ਲੱਗ ਪੈਂਦਾ ਹੈ। ਹਰ ਹਰ ਦਇਆ ਕਰੋ ਗੁਰ ਮਿਲੋ, ਪੁਰਖ ਨਿਰੰਜਨ ਸੋਈ RAM। ਕਹਿੰਦੇ ਉਹਦੇ ਅੱਗੇ ਅਰਦਾਸ ਕਰੋ, ਹੇ ਦਇਆ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ, ਐਸੇ ਮਹਾਂਪੁਰਖ ਗੁਰੂ ਨਾਲ, ਕਾਲਕ ਤੋਂ ਰਹਿਤ ਪਰਮਾਤਮਾ ਨਾਲ ਜੋੜੋ। ਹੇ ਅਕਾਲ ਪੁਰਖ, ਐਸੇ ਗੁਰੂ ਨਾਲ ਮਿਲਾਓ ਜਿਹੜਾ ਤੁਹਾਡੇ ਨਾਲ ਮਿਲਾ ਦੇਵੇ। ਹਰ ਹਰ ਨਾਮ ਸਦਾ ਸੁਖ ਦਾਤਾ, ਕਹਿੰਦੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸਦਾ ਸੁਖ ਦੇਣ ਵਾਲਾ ਹੈ। ਉਹਦਾ ਨਾਮ ਸੁਖ ਦਾਤਾ ਹੈ ਭਾਈ, ਉਹ ਸਦਾ ਹੀ ਸੁਖ ਦਿੰਦਾ ਹੈ। ਹਰ ਕੈ ਰੰਗ ਮੇਰਾ ਮਨ ਰਾਤਾ, ਜਿਹੜੇ ਫਿਰ ਗੁਰੂ ਰਾਹੀਂ ਜਪਣ ਲੱਗ ਪੈਂਦੇ ਉਹਨਾਂ ਦਾ ਮਨ ਰੱਤਿਆ ਜਾਂਦਾ ਹੈ, ਖੁੱਭ ਜਾਂਦਾ ਹੈ। ਉਹ ਫਿਰ ਇੱਕ ਖਿੰਨ ਪਲ ਵਾਸਤੇ ਵੀ ਪਾਸੇ ਨਹੀਂ, ਹਰ ਕਰਮ ਵਿੱਚ ਨਾਮ ਹੀ ਜਪਦੇ ਹਨ। ਹਰ ਹਰ ਮਹਾਪੁਰਖ ਗੁਰ ਮੇਲੋ, ਗੁਰ ਨਾਨਕ ਨਾਮ ਸੁਖ ਹੋਈ RAM। ਕਹਿੰਦੇ ਹੇ ਅਕਾਲ ਪੁਰਖ ਵਾਹਿਗੁਰੂ, ਐਸੇ ਮਹਾਪੁਰਖ ਸਤਿਗੁਰੂ ਨਾਲ ਮੈਨੂੰ ਮਿਲਾਓ, ਐਸੇ ਮਹਾਪੁਰਖ ਸਤਿਗੁਰੂ ਨਾਲ ਮੈਨੂੰ ਜੋੜੋ, ਜਿਸ ਨਾਲ ਮਿਲਿਆ ਨਾਮ ਰਾਹੀਂ ਸੁਖ ਪ੍ਰਾਪਤ ਹੋਵੇ। ਉਹ ਸੁਖ ਜਿਹੜਾ ਜਨਮ ਮਰਨ ਤੋਂ ਮੁਕਤ ਕਰਾ ਦੇ, ਉਹ ਸੁਖ ਮਿਲੇ ਜਿਹੜਾ ਜਨਮ ਮਰਨ ਫਿਰ ਗਰਭ ਨਾ ਤੁਖ। ਸਾਧ ਸੰਗਤ ਗੁਰੂ ਤੇ ਗੁਰੂ ਦਾ ਸ਼ਬਦ ਹਰ ਥਾਂ ਤੇ ਰੱਖਿਆ ਕਰਦਾ ਹੈ, ਵੱਡੇ ਤੋਂ ਵੱਡੇ ਦੁੱਖ ਤੋਂ ਬਚਾਉਂਦਾ ਹੈ। ਇੱਥੋਂ ਤੱਕ ਦਸਮ ਪਿਤਾ ਨੇ ਕਿਹਾ, ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਵਿੱਚ ਆਵੇ, ਛਤਰ ਅਨੇਕ ਚਲਾਵਤ ਕਹਾਵ ਤੋ ਤਨ ਏਕ ਨ ਲਾਗਨ ਪਾਵੇ, ਰਾਖਤ ਹੈ ਆਪਣੋ ਕਰ ਦੇ ਕਰ ਪਾਪ ਸਮੂਹ ਨਾ ਭੇਟਨ ਪਾਵੇ, और की बात कहाँ कै तोसों सो पेट ही के पट बीच बचावे। 2 मिनट ध्यान नाल सुनियो। ਇੱਥੇ ਮਾਈ ਆਈ 13 ਸਾਲ ਵਿਚਾਰੀ ਭਟਕਦੀ ਰਹੀ, ਡਾਕਟਰਾਂ ਤੋਂ ਦਵਾਈਆਂ ਖਾ ਖਾ ਕੇ ਸਰੀਰ ਗਲ ਗਿਆ, ਔਲਾਦ ਨਾ ਹੋਈ। ਜਿੱਥੇ ਕਿਸੇ ਨੇ ਕਿਹਾ ਉਹ ਕਹਿੰਦੇ ਭਾਈ ਸਾਹਿਬ ਉੱਥੇ ਅਸੀਂ ਗਏ, ਇਹਦੇ ਵਿੱਚ ਝੂਠ ਨਹੀਂ ਕੋਈ। ਦਵਾਈਆਂ ਖਾਧੀਆਂ, ਸਰੀਰ ਗਲਣ ਲੱਗ ਪਿਆ। ਫਿਰ ਜਿੱਦਣ ਸਰੀਰ ਨੂੰ ਉਹ ਦਵਾਈਆਂ ਦੇ ਇਫੈਕਟ ਪੈਣ ਲੱਗ ਪਏ, ਉਦਣ ਛੱਡ ਦਿੱਤਾ ਅੱਗੇ ਸਭ ਕੁਝ, ਆ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਢਹਿ ਪਏ ਦੋਵੇਂ ਜੀ। ਮਹਾਰਾਜ ਹੁਣ ਨਹੀਂ ਕਿਤੇ ਜਾਣਾ, ਤੁਸੀਂ ਕਿਰਪਾ ਕਰੋ। ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਸੀ, 3 ਦਿਨ ਸੇਵਾ ਕੀਤੀ, ਤੇ ਜਿੱਦਣ ਜਾਣ ਲੱਗੇ ਨਾ, ਗੁਰੂ ਨੇ ਨਦਰ ਕਿਰਪਾ ਕੀਤੀ। ਸਾਧ ਸੰਗਤ ਗੁਲਾਬ ਦੇ ਫੁੱਲਾਂ ਨਾਲ ਸਜੀ ਗੁਰੂ ਦੀ ਉਹ ਦਰਸ਼ਨੀ ਡਿਓੜੀ ਅੰਦਰ ਤੱਕ ਪਾਤਸ਼ਾਹ ਨੇ ਮਨ ਟਿਕਾਉਣ ਲਈ ਵਿਸ਼ਵਾਸ ਦਿੱਤਾ। ਇੱਕ ਗੁਲਾਬ ਦਾ ਫੁੱਲ ਆਪੇ ਡਿੱਗ ਕੇ ਉਹ ਮਾਈ ਦੇ ਮੋਹਰੇ ਡਿੱਗਿਆ, ਪੰਖੜੀਆਂ ਖਿਲਰ ਗਈਆਂ। ਉਹ ਕਹਿੰਦੀ ਭਾਈ ਸਾਹਿਬ 3 ਪੰਖੜੀਆਂ ਮੇਰੇ ਹੱਥ ਆਈਆਂ, ਬਾਕੀ ਸੰਗਤ ਨੇ, ਹੋਰ ਵੀ ਸੰਗਤ ਖਲੋਤੀ ਸੀ, ਉਹ 3 ਪੰਖੜੀਆਂ ਫੁੱਲ ਦੀਆਂ ਚੁੱਕ ਕੇ ਮੈਂ ਛਕ ਲਈਆਂ। ਅੰਦਰ ਜਾਂਦਿਆਂ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਰੋ ਕੇ ਕਿਹਾ, ਦਾਤਾ ਹੁਣ ਹੋਰ ਨਹੀਂ ਕਿਤੇ ਜਾਣਾ, ਕਿਰਪਾ ਕਰ ਦਿਓ। ਆ ਦਵਾਈਆਂ ਖਾ ਖਾ ਸਰੀਰ ਗਲ ਗਿਆ। ਕਹਿੰਦੇ ਅਸੀਂ ਦੋਵੇਂ ਜੀ 3 ਦਿਨ ਸੇਵਾ ਕਰਕੇ ਚਲੇ ਗਏ। ਭਾਈ ਸਾਹਿਬ ਉਸ ਮਾਈ ਨੇ ਕਿਹਾ, ਭਾਈ ਸਾਹਿਬ ਜਿਹੜੀ ਗੱਲ 13 ਸਾਲਾਂ 'ਚ ਨਹੀਂ ਬਣੀ, ਉਹ 3 ਦਿਨਾਂ ਵਿੱਚ ਬਣ ਗਈ। 3 ਦਿਨਾਂ ਬਾਅਦ ਜਾ ਕੇ ਘਰ ਵਿੱਚ ਉਹ ਗਏ। ਫਿਰ 3 ਦਿਨਾਂ ਬਾਅਦ ਗੁਰੂ ਦੀ ਨਜ਼ਰ ਹੋਈ, ਉਹਨਾਂ ਦੀ ਸਾਧ ਸੰਗਤ ਪ੍ਰੈਗਨੈਂਸੀ ਰਿਪੋਰਟ ਜਿਹੜੀ ਸੀ ਉਹ ਪੋਜ਼ਿਟਿਵ ਆ ਗਈ। ਉਸ ਤੋਂ ਬਾਅਦ ਗੁਰੂ ਦੀ ਕਿਰਪਾ ਹੋਈ। ਜਦੋਂ 6ਵਾਂ ਮਹੀਨਾ ਬੱਚੇ ਨੂੰ ਲੱਗਿਆ ਹੁਣ ਸੁਣਨ ਵਾਲੀ ਆ, ਪੇਟ ਹੀ ਕੇ ਪੱਟ ਵਿੱਚ ਬਚਾਵੇ। ਐਦਾਂ ਹੋ ਸਕਦਾ? ਹੁੰਦਾ ਸਾਧ ਸੰਗਤ। ਉਹ 6ਵਾਂ ਮਹੀਨਾ ਲੱਗਿਆ, ਡਾਕਟਰ ਨੇ ਡਰਾ ਦਿੱਤਾ, ਭਾਈ ਖਤਰਾ ਹੈ, ਸਮੇਂ ਤੋਂ ਪਹਿਲਾਂ ਆਪਰੇਸ਼ਨ ਕਰਕੇ ਬੱਚਾ ਜਨਮ ਦੇਣਾ ਪੈਣਾ। ਉਹ ਕਹਿੰਦੇ ਜੀ ਕਿਉਂ? ਕਹਿੰਦੇ ਭਾਈ ਇਹ ਮਾਈ ਨੂੰ ਵੀ ਖਤਰਾ ਹੈ, ਤੇ ਨਾਲ ਉਹਨੇ ਸਕੈਨ ਮੋਹਰੇ ਰੱਖ ਦਿੱਤੀ ਡਾਕਟਰ ਨੇ। ਉਹ ਕਹਿੰਦਾ ਇਸ ਲਈ ਆਪਰੇਸ਼ਨ ਪਹਿਲਾਂ ਕਰਨਾ ਪੈਣਾ। ਭਾਈ ਤੇਰੇ ਘਰ ਵਾਲੀ ਦੇ ਪੇਟ ਦੇ ਅੰਦਰ 1 ਬੱਚਾ ਨਹੀਂ ਹੈ, 3 ਬੱਚੇ ਪਲ ਰਹੇ ਨੇ। ਆਖੋ ਸਤਨਾਮ ਸ੍ਰੀ। 3 ਪੰਖੜੀਆਂ ਖਾਧੀਆਂ, 3 ਬੱਚੇ ਪਲ ਰਹੇ ਨੇ। ਇਹ ਖਤਰਾ ਹੈ। ਇਹਦੇ ਵਿੱਚੋਂ ਹੋ ਸਕਦਾ 2 ਬੱਚੇ ਜੀਵਤ ਨਾ ਰਹਿਣ ਜਾਂ 1 ਬੱਚਾ ਜੀਵਤ ਨਾ ਰਹੇ, ਤਿੰਨੇ ਸਹੀ ਨਹੀਂ ਹੋ ਸਕਦੇ, ਆਪਰੇਸ਼ਨ ਕਰਨਾ ਪੈਣਾ। ਉਹ ਕਹਿੰਦੇ ਅਸੀਂ ਨਾਮ ਜਪਦੇ ਰਹੇ। ਗੁਰੂ ਰਾਮਦਾਸ ਮਹਾਰਾਜ ਨੇ ਕਿਹਾ, ਦਾਤਾ ਦਾਤ ਤੁਸੀਂ ਦਿੱਤੀ ਹੈ, ਰੱਖਿਆ ਵੀ ਤੁਸੀਂ ਕਰਨੀ। ਪੂਰੇ 9 ਮਹੀਨੇ ਤੱਕ ਸਮਾਂ ਲੰਘ ਗਿਆ ਤੇ ਸਾਧ ਸੰਗਤ ਸਹੀ ਸਲਾਮਤ 3 ਬੱਚਿਆਂ ਦਾ ਜਨਮ ਹੋਇਆ।
ਅੱਜ 3 ਬੱਚੇ ਵੀ ਸਹੀ ਸਲਾਮਤ ਆ, ਮਾਈ ਵੀ ਸਹੀ ਸਲਾਮਤ ਆ, 5ਵਾਂ ਸਾਲ ਲੱਗ ਗਿਆ। ਸੋ ਪੇਟ ਹੀ ਕੇ ਪਟ ਵਿੱਚ ਬਚਾਵੇ, ਜੇ ਉਹ ਰੱਖਣ ਤੇ ਆ ਜਾਏ ਪੇਟ ਦੇ ਅੰਦਰ ਵੀ ਪੜਦਿਆਂ ਵਿੱਚ ਬਚਾ ਲੈਂਦਾ। ਇਸ ਲਈ ਉਸ ਦਾਤੇ ਦੀ ਵਡਿਆਈ ਵਿੱਚ ਤੁਸੀਂ ਜੁੜੇ ਹੋ। ਅਰਦਾਸ ਕਰਿਓ, ਹੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਸਾਡੇ ਅੰਦਰ ਭਰੋਸਾ, ਵਿਸ਼ਵਾਸ, ਪ੍ਰੇਮ ਬਣੇ। ਨਾਮ ਜਪੀਏ। ਸਭ ਸੰਗਤਾਂ ਦਾ ਧੰਨਵਾਦ, ਪ੍ਰਬੰਧ ਦਾ ਧੰਨਵਾਦ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਉਹਨਾਂ ਦਾ ਧੰਨਵਾਦ। ਕੋਟਾਨ ਕੋਟ ਸ਼ੁਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਆ ਜੇ। ਆਖਰੀ ਪੰਕਤੀਆਂ ਦਾ ਪਾਠ ਸਰਵਣ ਕਰਕੇ ਫਿਰ ਸਮਾਪਤੀ ਹੈ ਜੀ। ਹਰਿ ਹਰਿ ਨਾਮ ਸਦਾ ਸੁਖ ਦਾਤਾ, ਹਰ ਕੈ ਰੰਗ ਮੇਰਾ ਮਨ ਰਾਤਾ। ਹਰ ਹਰ ਮਹਾਪੁਰਖ ਗੁਰ ਮਿਲੋ, ਗੁਰ ਨਾਨਕ ਨਾਮ ਸੁਖ ਹੋਈ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।